मैं कहना जे खजाना खाली आ इनू खजाना कहने क्यों इनू पीपा कहो ਜਿਹੜਾ ਵੱਜਦਾ ਰਹਿੰਦਾ ਹਰ ਵੇਲੇ ਤੁਸੀਂ ਵਜਾਉਂਦੇ ਰਹਿੰਦੇ ਕਨਸਟੀਟਿਊਐਂਸੀ ਸੈਕਟਰੀਅਲ ਐਂਡ ਪੋਸਟਲ ਫੈਸਿਲਿਟੀ ਅਲਾਉਂਸ ਉਹ ਹੈਗਾ ਜੀ ਇਹਨਾਂ ਦਾ 25000 ਰੁਪਏ ਮਹੀਨਾ मतलब ਜਿਹੜਾ ਇੱਕ ਐਮਐਲਏ ਚਿੱਠੀਆਂ ਵਗੈਰਾ ਚਿੱਠੀ ਪੱਤਰ ਪਾਉਂਦਾ ਸਰਕਾਰ ਨੂੰ ਜਾਂ ਪਬਲਿਕ ਦਾ ਜਵਾਬ ਦਿੰਦਾ ਉਹਦਾ 25000 ਰੁਪਿਆ ਸਿਰਫ ਚਿੱਠੀ ਪੱਤਰ ਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤਰਲੋਚਨ ਜੀ ਜਦੋਂ ਆਪਾਂ ਕੋਈ ਟੈਕਸੀ ਕਰਦੇ ਆ ਜਾਂ ਉਬਰ ਜਾਂ ਕੋਈ ਕੈਬ ਕਰਦੇ ਆ ਉਹ ਕੈਬ ਵਾਲੇ ਆਪਣੇ ਤੋਂ ਕਿੰਨੇ ਰੁਪਏ ਪਰ ਕਿਲੋਮੀਟਰ ਚਾਰਜ ਕਰਦੇ ਨੇ मैक्सिमम 10 रुपए ला लो मैक्सिमम 10 नहीं होगा बिल्कुल बिल्कुल जी सोच लो सही है ना मैक्सिमम 10 रुपए हो जू 15 रुपए पर किलोमीटर पंजाब सरकार तो लेते उस तो बाद इन्हों फ्री ट्रैवल फैसिलिटी मिलती है बाय एयर जी बाय रोड जी बाय रेल जी ਉਹ 3 ਲੱਖ ਤੱਕ ਦਾ ਸਾਲ ਦਾ ਇੱਕ ਐਮਐਲਏ ਯੂਜ਼ ਕਰ ਸਕਦਾ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਜੀ 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 ਜ਼ਰੂਰ ਆ ਜਿੰਨੇ ਵੀ ਭੱਤਿਆਂ ਦੀ ਆਪਾਂ ਲਿਸਟ ਬਣਾਈ ਆ ਜੀ ਠੀਕ ਹੈ ਇਹਨਾਂ ਦੇ ਉੱਪਰ ਜਿਹੜਾ ਇਨਕਮ ਟੈਕਸ ਆ ਉਹ ਪੰਜਾਬ ਸਰਕਾਰ ਦਿੰਦੀ ਹੈ ਇੱਥੇ ਮੈਨੂੰ ਇੱਕ ਇਹ ਜਾਣਕਾਰੀ ਦਿਓ ਕਿ ਇੱਕ ਐਮਐਲਏ ਜੇ 5 ਸਾਲ ਕੱਟਦਾ ਉਹਨੂੰ ਤਾਂਹੀਓ ਇਹ ਪੱਤੇ ਮਿਲਦੇ ਨੇ ਕਿ ਉਹ ਜਿੰਨੇ ਚਿਰ ਲਈ ਮਰਜ਼ੀ ਬਣਦਾ ਨਹੀਂ ਜੀ ਇਦਾਂ ਨਹੀਂ ਉਹ ਭਾਵੇਂ ਸਾਲ ਲਈ ਬਣੇ ਜੀ ਉਹ ਭਾਵੇਂ 2 ਸਾਲ ਲਈ ਬਣੇ ਉਹਦੀ ਪੈਨਸ਼ਨ ਪੂਰੀ ਜ਼ਿੰਦਗੀ ਦੀ ਪੱਕੀ ਹੈ ਜਦੋਂ ਇੱਕ ਆਮ ਪਬਲਿਕ ਨੂੰ ਜੀਓ ਦਾ ਸਿਮ ਮਿਲਦਾ ਜਿਹਦੇ ਵਿੱਚ 3 ਮਹੀਨੇ ਦੀ ਕਾਲਿੰਗ ਮਿਲਦੀ ਆ ਅਨਲਿਮਿਟਿਡ ਡਾਟਾ ਮਿਲਦਾ 500 700 ਮੰਨ ਲਓ ਮੈਕਸਿਮਮ 700 ਰੁਪਏ ਲਾ ਲਓ ਜੀ 에ਅਰਟੈਲ ਤੁਸੀਂ ਸਾਰੇ ਪਾ ਲਓ ਜੀ ਭਾਵੇਂ ਜੇ 700 ਰੁਪਏ ਦੇ ਵਿੱਚ ਉਹਨਾਂ ਨੂੰ ਅਨਲਿਮਿਟਿਡ ਕਾਲਿੰਗ ਅਨਲਿਮਿਟਿਡ ਇੰਟਰਨੈਟ ਡਾਟਾ ਮਿਲ ਸਕਦਾ ਤਾਂ ਫਿਰ ਇੱਕ ਐਮਐਲਏ ਨੂੰ 15000 ਦੇਣ ਦੀ ਕੀ ਲੋੜ ਹੈ ਇੱਕ ਵੀ ਐਮਐਲਏ ਨੇ ਕਿਹਾ ਕਿ ਬਈ ਮੈਂ ਇਹ ਪਤਾ ਨਹੀਂ ਲੈਣਾ ਇਹ ਪੰਜਾਬ ਸਰਕਾਰ ਦਾ ਲੁੱਟ ਖੁੱਸ ਕੋਟਿਆ ਆਮ ਜਨਤਾ ਦੀ ਜੇਬ ਤੇ ਡਾਕਾ ਆ ਅਸੀਂ ਇਹ ਨਹੀਂ ਲੈਣਾ ਇਹ ਕੱਲੀ ਕਾਂਗਰਸ ਬੀਜੇਪੀ ਨਹੀਂ ਭਾਈ ਸਾਹਿਬ ਇਹ ਸਭ ਰਲੇ ਹੋਏ ਨੇ ਇਹ ਕੁੱਤੀ ਚੋਰਾਂ ਨਾਲ ਰਲੀ ਹੋਈ ਆ ਇਹ ਸਾਰੇ ਇੱਕੋ ਜਿਹੇ ਨੇ ਇਹਨਾਂ ਚੋਂ ਤੁਸੀਂ ਕਿਸੇ ਨੂੰ ਵੱਖ ਨਹੀਂ ਕਰ ਸਕਦੇ ਔਰ ਕਦੀ ਨੋਟ ਕਰਿਓ ਜਦੋਂ ਇਹ ਇਲੈਕਸ਼ਨ ਤੋਂ ਪਹਿਲਾਂ ਜਾਂ ਜਿਹੜਾ ਬੰਦਾ ਕਦੀ ਐਮਐਲਏ ਨਹੀਂ ਬਣਿਆ ਉਹ ਪਹਿਲਾਂ ਤੇ ਬੜਾ ਕੁਝ ਬੋਲਦਾ ਆ ਜੀ ਉਹ ਜਦੋਂ ਇੱਕ ਵਾਰੀ ਬਣ ਜਾਂਦਾ ਆ ਉਸ ਤੋਂ ਬਾਅਦ ਉਹਦੀ ਬੋਲਤੀ ਬੰਦ ਹੋ ਜਾਂਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦੇ ਮੈਂ ਤਰਲੋਚਨ ਸਿੰਘ ਗਿੱਲਾਂ ਸਾਡੇ ਪੰਜਾਬ ਦੇ ਵਿੱਚ ਬੜੇ ਹੀ ਮੁੱਦੇ ਨੇ ਜਿਹੜੇ ਅਲੱਗ-ਅਲੱਗ ਸਮੇਂ ਦੇ ਉੱਤੇ ਉਹ ਉੱਠਦੇ ਰਹਿੰਦੇ ਨੇ ਤੇ ਸਾਡੇ ਪੰਜਾਬ ਦੇ ਵਿੱਚ ਕੁਝ ਸ਼ਿਵ ਸੈਨਾ ਆਗੂ ਨੇ ਜਿਹੜੇ ਸਮੇਂ-ਸਮੇਂ ਦੇ ਉੱਤੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਨੇ ਆਪਦੇ ਬਿਆਨਾਂ ਕਰਕੇ ਪਰ ਉਹਨਾਂ ਵਿੱਚੋਂ ਇੱਕ ਸ਼ਿਵ ਸੈਨਾ ਆਗੂ ਇਦਾਂ ਦੇ ਵੀ ਨੇ ਜਿਹੜੇ ਗਰਾਊਂਡ ਜ਼ੀਰੋ ਤੇ ਕੰਮ ਕਰਦੇ ਨੇ ਤੇ ਜਿਹੜੀਆਂ ਮੁੱਢਲੀਆਂ ਸਾਨੂੰ ਲੋੜਾਂ ਨੇ ਸਾਡੇ ਸਮਾਜ ਦੀਆਂ ਸਾਡੇ ਲੋੜਾਂ ਨੂੰ ਪੂਰੀਆਂ ਕਰਨ ਦੀ ਖਾਤਰ ਸਰਕਾਰਾਂ ਉਹਦੇ ਵਿੱਚ ਕਿੰਨੀਆਂ ਕੁ ਭਾਗੀਦਾਰ ਨੇ ਉਹਨਾਂ ਦੀ ਜਾਣਕਾਰੀ ਉਹ ਸਮੇਂ-ਸਮੇਂ ਸਿਰ ਆਪਦੇ ਸੋਸ਼ਲ ਮੀਡੀਆ ਦੇ ਲਾਈਵ ਹੋ ਕੇ ਵੀ ਦਿੰਦੇ ਰਹਿੰਦੇ ਨੇ ਤੇ ਮੀਡੀਆ ਦੇ ਵਿੱਚ ਆ ਕੇ ਵੀ ਪਿਛਲੇ ਕੁਝ ਦਿਨਾਂ ਪਹਿਲਾਂ ਉਹਨਾਂ ਨੇ ਇੱਕ ਖੁਲਾਸੇ ਕੀਤੇ ਸੀ ਕਿ ਗਊ ਸੈਸ ਦੇ ਨਾਂ ਦੇ ਉੱਤੇ ਕਿੱਦਾਂ ਸਾਡੀ ਲੁੱਟ ਹੁੰਦੀ ਆ 9 ਤਰ੍ਹਾਂ ਦੇ ਗਊ ਸੈਸ ਨੇ ਜਿਹੜੇ ਪੰਜਾਬ ਦੇ ਵਿੱਚ ਲਏ ਜਾਂਦੇ ਨੇ ਪਰ ਜੇ ਦੇਖਿਆ ਜਾਵੇ ਤਾਂ ਗਾਵਾਂ ਅਵਾਰਾ ਪਸ਼ੂ ਜਿਹੜੇ ਨੇ ਉਹ ਅੱਜ ਵੀ ਸੜਕਾਂ ਦੇ ਉੱਤੇ ਘੁੰਮਦੇ ਪਏ ਨੇ ਜੋ ਕਿ ਐਕਸੀਡੈਂਟਾਂ ਦਾ ਕਾਰਨ ਵੀ ਬਣਦੇ ਨੇ ਪਰ ਅੱਜ ਜਿਹੜਾ ਵਿਸ਼ਾ ਉਹ ਲੈ ਕੇ ਆਏ ਨੇ ਜਿਹੜਾ ਉਹਨਾਂ ਨੇ ਖੁਲਾਸਾ ਕਰਨਾ ਉਹਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ 117 ਐਮਐਲਏ ਬਣਦੇ ਨੇ ਇੱਕ ਪੰਜਾਬ ਦੇ ਵਿੱਚ ਜਿਹੜੀ ਸਾਡੀ ਰਾਜਨੀਤੀ ਨੂੰ ਚਲਾਉਂਦੇ ਨੇ ਉਹਦੇ ਵਿੱਚ ਜਿਹੜੀ ਵੀ ਸੱਤਾਧਾਰੀ ਪਾਰਟੀ ਆ ਉਹ ਸੱਤਾ ਦੇ ਵਿੱਚ ਉਦੋਂ ਆਉਂਦੀ ਆ ਜਦੋਂ ਉਹਨਾਂ ਦਾ ਬਣਦਾ ਐਮਐਲਏ ਹਿੱਸਾ ਜਿਹੜਾ ਵਾ ਉਹ ਸੱਤਾ ਦੇ ਵਿੱਚ ਉਹਨਾਂ ਨੂੰ ਲਿਆਉਂਦਾ ਵਾ ਉਹਨਾਂ ਐਮਐਲਏਆਂ ਦੇ ਉੱਤੇ ਕਿੰਨਾ ਖਰਚਾ ਆਉਂਦਾ ਜਾਂ ਇੱਕ ਐਮਐਲਏ ਮੋٹے ਲਫ਼ਜ਼ਾਂ ਦੇ ਵਿੱਚ ਇਹ ਕਹਿ ਲਈਏ ਕਿ ਇੱਕ ਐਮਐਲਏ ਸਾਨੂੰ ਕਿੰਨਾ ਆਮ ਜਨਤਾ ਨੂੰ ਕਿੰਨੇ ਵਿੱਚ ਪੈਂਦਾ ਕਿੰਨਾ ਖਰਚਾ ਆਉਂਦਾ ਇੱਕ ਐਮਐਲਏ ਦੇ ਉੱਤੇ ਸਾਡਾ ਟੈਕਸਾਂ ਦਾ ਪੈਸਾ ਉਸ ਇੱਕ ਐਮਐਲਏ ਦੇ ਉੱਤੇ ਕਿੰਨਾ ਖਰਚਿਆ ਜਾਂਦਾ ਇਹ ਜਾਣਕਾਰੀਆਂ ਉਹਨਾਂ ਨੇ ਸਰਕਾਰ ਤੋਂ ਹੀ ਆਰਟੀਆਈ ਦੇ ਰਾਹੀਂ ਲਈਆਂ ਨੇ ਕੋਈ ਆਪਦੇ ਕੋਲੋਂ ਕੀਤੀਆਂ ਗੱਲਾਂ ਨਹੀਂ ਜਾਂ ਸਾਡੇ ਕੋਲੋਂ ਕੀਤੀਆਂ ਗੱਲਾਂ ਨਹੀਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਬਕਾਇਦਾ ਰਿਕਾਰਡਡ ਜਿਹੜਾ ਸਰਕਾਰ ਦੇ ਰਿਕਾਰਡ ਦੇ ਵਿੱਚ ਹੈ ਉਸ ਨੂੰ ਜਾਣਕਾਰੀ ਆਰਟੀਆਈ ਦੇ ਤਹਿਤ ਲੈ ਕੇ ਉਹ ਖੁਲਾਸੇ ਸਮੇਂ-ਸਮੇਂ ਸਿਰ ਕਰਦੇ ਰਹਿੰਦੇ ਨੇ ਅੱਜ ਉਹਨਾਂ ਨੇ ਇਹੀ ਖੁਲਾਸੇ ਕਰਨੇ ਆ ਕਿ ਇੱਕ ਐਮਐਲਏ ਦੀ ਕੀ ਸੈਲਰੀ ਹੁੰਦੀ ਆ ਕੀ ਉਹਨੂੰ ਭੱਤੇ ਮਿਲਦੇ ਨੇ ਤੇ ਇੱਕ ਐਮਐਲਏ ਸਾਡੇ ਕਿੰਨੇ ਟੈਕਸਾਂ ਦਾ ਪੈਸਾ ਖਾਂਦਾ ਵਾ ਸਾਡੇ ਨਾਲ ਨੇ ਅਜੇ ਸ਼ਰਮਾ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਪ੍ਰਾਈਮ ਮੁੱਦੇ 'ਚ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਅੱਜ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਕੁਝ ਦਿਨ ਪਹਿਲਾਂ ਜਿਹੜੀ ਮੇਰੇ ਨਾਲ ਗੱਲਬਾਤ ਹੋਈ ਉੱਥੇ ਗਊ ਸੈਸ ਦੇ ਉੱਤੇ ਗੱਲ ਹੋਈ ਕਿੱਦਾਂ ਸਾਡੇ ਆਮ ਪਬਲਿਕ ਦੀ ਲੁੱਟ ਹੋ ਰਹੀ ਆ ਜਿਹੜੀ
ਉਹ ਪੈਸਾ ਜਿਹੜਾ ਵਾ ਉਹ ਸਮੇਂ-ਸਮੇਂ ਸਿਰ ਲਾਇਆ ਨਹੀਂ ਜਾਂਦਾ। ਬਿਲਕੁਲ। ਪਰ ਜਿਹੜੀ ਅੱਜ ਤੁਸੀਂ ਗੱਲ ਕਰਨ ਲੱਗੇ ਹੋ, ਮੈਨੂੰ ਤੁਸੀਂ ਆਫ ਰਿਕਾਰਡ ਦੱਸ ਰਹੇ ਸੀ, ਮੈਨੂੰ ਬੜੀ ਹੈਰਾਨੀ ਹੋ ਰਹੀ ਸੀ ਕਿ ਸਾਡਾ ਖੂਨ ਚੂਸਿਆ ਜਾਂਦਾ, ਆਮ ਲੋਕਾਂ ਦਾ ਖੂਨ ਚੂਸਿਆ ਜਾਂਦਾ ਕਿ ਇੱਕ ਅਸੀਂ ਦੁੱਧ ਦਾ ਪੈਕੇਟ ਲੈਣ ਜਾਂਦੇ ਆ, ਇੱਕ ਮਾਚਿਸ ਦੀ ਡੱਬੀ ਵੀ ਲੈਣ ਜਾਂਦੇ ਆ, ਉਹਦੇ ਤੇ ਵੀ ਅਸੀਂ ਟੈਕਸ ਦਿੰਦੇ ਆ। ਚਲੋ ਜਿਹੜੇ ਬਿਜ਼ਨਸਮੈਨ ਲੋਕ ਨੇ ਉਹ ਆਪਣੇ ਆਪ ਨੂੰ ਇਹ ਫੀਲ ਕਰਦੇ ਨੇ ਕਿ ਅਸੀਂ ਟੈਕਸ ਦਿੰਦੇ ਆ, ਪਰ ਦੇਖਿਆ ਜਾਵੇ ਤਾਂ ਹਰ ਬੰਦਾ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਜਿਹੜਾ ਉਹ ਟੈਕਸ ਦਿੰਦਾ ਵਾ, ਉਹ ਕਿਸੇ ਵੀ ਰੂਪ 'ਚ ਹੋ ਸਕਦਾ ਵਾ। ਉਹਨਾਂ ਟੈਕਸਾਂ ਦਾ ਪੈਸਾ ਉਹ ਜਿਹੜਾ ਖਰਚਿਆ ਜਾਂਦਾ, ਉਹ ਕਿਵੇਂ ਖਰਚਿਆ ਜਾਂਦਾ, ਉਹ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਲੈਣੀ ਆ ਕਿ ਇੱਕ ਐਮਐਲਏ, ਤੁਸੀਂ ਜਿਹੜੀ ਆਰਟੀਆਈ ਤਹਿਤ ਜਿਹੜੀ ਜਾਣਕਾਰੀ ਲਈ ਆ ਕਿ ਇੱਕ ਐਮਐਲਏ ਦੀ ਕੀ ਸੈਲਰੀ ਆ, ਕੀ ਉਹਨੂੰ ਭੱਤਾ ਮਿਲਦਾ, ਸਾਫ਼ ਲਫ਼ਜ਼ਾਂ 'ਚ ਕਹਿ ਲਈਏ ਵੀ ਇੱਕ ਐਮਐਲਏ ਸਾਡੇ ਤੇ ਕਿੰਨੇ 'ਚ ਪੈਂਦਾ, ਕਿੰਨੇ ਲੱਖਾਂ 'ਚ ਪੈਂਦਾ। ਲੋਚਨ ਦੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਔਰ ਤੁਹਾਡੇ ਚੈਨਲ ਪ੍ਰਾਈਮ ਉਹਦੇ ਦਾ ਜੀ, ਕਿਉਂਕਿ ਕਈ ਵਾਰੀ ਕੀ ਹੁੰਦਾ, ਮੈਂ ਇਹੋ ਜਿਹੇ ਮੇਰੇ ਨਾਲ ਵਾਕਿਆ ਹੋਏ ਆ ਜੀ ਕਿ ਕਈ ਚੈਨਲ ਇਹੋ ਜਿਹੀਆਂ ਜਾਣਕਾਰੀਆਂ ਨੂੰ ਜਨਤਕ ਕਰਨ ਤੋਂ ਬਚਦੇ ਨੇ। ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਮਜਬੂਰੀ ਹੈ, ਉਹ ਜਾਣਨ, ਉਹਨਾਂ ਦੇ ਰੱਬ ਜਾਣਨ, ਮੈਨੂੰ ਨਹੀਂ ਪਤਾ। ਗੱਲਬਾਤ ਹੋਈਆਂ ਕਈ ਲੈਵਲ ਤੇ ਹੋਈਆਂ, ਲੇਕਿਨ ਤੁਹਾਡੇ ਚੈਨਲ ਨੇ ਐਜ਼ ਇਟ ਇਵ ਬਿਨਾਂ ਕੱਟ ਲਾਏ ਜੋ ਮੈਂ ਦੱਸਿਆ, ਮੇਰੇ ਖਿਆਲ ਨਾਲ ਤੋਂ ਵੱਧ ਆਪਣੇ ਕੋਲੋਂ ਮਿਹਨਤ ਕਰਕੇ ਉਹਨੂੰ ਲੋਕਾਂ ਨੂੰ ਦਿਖਾਇਆ ਗਿਆ ਔਰ ਇਸ ਚੀਜ਼ ਦੀ ਮੈਨੂੰ ਖੁਸ਼ੀ ਹੈ। ਇਸ ਕਰਕੇ ਮੈਂ ਨਵੀਆਂ ਜਾਣਕਾਰੀਆਂ, ਮੈਨੂੰ ਇੱਦਾਂ ਲੱਗਦਾ ਕਿ ਤੁਹਾਡਾ ਚੈਨਲ, ਤੁਸੀਂ ਲੋਕ ਜਿੰਨੇ ਨਹੀਂ, ਤੁਹਾਡੀ ਟੀਮ ਜਿਹੜੀ ਮਿਹਨਤ ਕਰ ਰਹੀ ਆ ਜੀ, ਉਹ ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਪਲੇਟਫਾਰਮ ਆ ਕਿ ਇੱਥੋਂ ਲੋਕਾਂ ਨੂੰ ਡਾਇਰੈਕਟ ਜਿਹੜੀ ਆ ਉਹ ਗੱਲ ਉਹਨਾਂ ਦੇ ਨਬਜ਼ ਦੇ ਵਿੱਚ ਜਾ ਕੇ ਪਏਗੀ, ਜਾਣੀ ਚਾਹੀਦੀ ਹੈ, ਲੋਕਾਂ ਤੱਕ ਜਾਣੀ ਚਾਹੀਦੀ ਹੈ। ਔਰ ਇਹ ਜਿਹੜੇ ਲੜਾਈਆਂ ਮੈਂ ਲੜੀਆਂ, ਇਹ ਕੋਈ 2-2 ਮਹੀਨੇ 15-15 ਦਿਨ ਦੀਆਂ ਨਹੀਂ ਗੀਆਂ, ਕਿਸੇ ਤੇ 2.5 ਸਾਲ ਲੱਗੇ ਨੇ, ਕਿਸੇ ਤੇ 2 ਸਾਲ ਲੱਗੇ ਨੇ, ਕਿਉਂਕਿ ਸਰਕਾਰ ਦੀ ਕਮਜ਼ੋਰੀ ਸਰਕਾਰ ਦੇ ਕੋਲੋਂ ਲੈ ਕੇ ਆਉਣੀ, ਉਹਦੀ ਰਿਟਰਨ ਕਰਾ ਕੇ ਕੋਈ ਸੌਖਾ ਕੰਮ ਨਹੀਂ। ਬਿਲਕੁਲ ਜੀ। ਔਰ ਸਰਕਾਰ ਤੇ ਕਦੀ ਵੀ ਨਹੀਂ ਦਿੰਦੀ ਜੀ। ਸੋ ਬੜੀਆਂ ਮਿਹਨਤਾਂ ਹੋਈਆਂ, ਇਹ ਮੈਂ ਸਮਝਦਾ ਮਾਲਕ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਹ ਮੌਕਾ ਮੈਨੂੰ ਦਿੱਤਾ ਆ ਜੀ। ਅੱਜ ਮੈਂ ਸ਼ੁਰੂਆਤ ਜਿਹੜੀ ਕਰਨ ਲੱਗਾ ਉਹ ਇਹ ਆ ਕਿ ਪੰਜਾਬ ਸਰਕਾਰ ਦਾ ਇੱਕ ਐਮਐਲਏ, ਮੈਨੂੰ ਜਦੋਂ ਪਤਾ ਲੱਗਾ ਵੀ ਇੱਕ ਐਮਐਲਏ ਦੀ 25,000 ਰੁਪਏ ਸੈਲਰੀ ਹੈ, ਮੋਟੀ ਓਕੇ, ਵੀ ਜਿੱਦਾਂ ਬਾਕੀ ਦੀ ਸੈਲਰੀ, ਇਹਨਾਂ ਦੀ ਵੀ ਸੈਲਰੀ ਹੈ। ਜਦੋਂ ਮੈਂ ਦੇਖਿਆ ਵੀ 25,000 ਸੈਲਰੀ ਦੇ ਵਿੱਚ ਇੰਨੀ ਐਸ਼ੋ ਆਰਾਮ ਕਿੱਦਾਂ ਹੋ ਸਕਦੇ ਨੇ। ਬਿਲਕੁਲ ਜੀ, ਕੋਠੀਆਂ ਨਹੀਂ ਪੈ ਸਕਦੀਆਂ, ਬੰਗਲੇ ਨਹੀਂ ਖੜੇ ਹੋ ਸਕਦੇ, ਇਹੋ ਜਿਹੀਆਂ ਗੱਡੀਆਂ ਨਹੀਂ ਚੱਲ ਸਕਦੀਆਂ ਜਿਨ੍ਹਾਂ ਦੀ 5-7 ਤੋਂ ਵੱਧ ਐਵਰੇਜ ਨਹੀਂ ਹੈਗੀ, ਉਸ ਤੋਂ ਬਾਅਦ ਗਨਮੈਨਾਂ ਦਾ ਰੱਖ ਰਖਾਓ। ਤੇ ਮੈਂ ਸੋਚਿਆ ਵੀ 25,000 ਤੇ ਮੈਂ ਕਿਹਾ ਨਹੀਂ ਹੋ ਸਕਦਾ। ਇਸ ਗੱਲ ਨੂੰ ਲੈਂਦਿਆਂ ਮੈਂ ਥੋੜਾ ਜਿਹਾ ਅੱਗੇ ਮੇਰੇ ਮਨ ਦੇ ਵਿੱਚ ਗੱਲਾਂ ਸੋਚੀਆਂ, ਕੁਐਸਚਨ ਆਏ, ਤੇ ਮੈਂ ਆਰਟੀਆਈ ਦੇ ਮਾਧਿਅਮ ਦੇ ਵਿੱਚ ਇਹਦੇ ਵਿੱਚ ਗਿਆ। ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਜਵਾਬ ਦੇਣ ਤੋਂ ਮੈਨੂੰ ਮਨਾ ਕਰ ਦਿੱਤਾ, ਐਸ ਟੀ ਉਹਨਾਂ ਦੀ ਆਦਤ ਹੈ ਸਾਰਿਆਂ ਦੀ। ਫਿਰ ਮੈਂ ਐਕਟ ਦੀ ਕਾਪੀ ਮੰਗੀ, ਉਹ ਜਦੋਂ ਐਕਟ ਦੀ ਕਾਪੀ ਮੇਰੇ ਕੋਲ ਆਈ ਤੇ ਮੈਂ ਸਮਝਦਾ ਕਿ ਮੇਰੇ ਪੈਰਾਂ ਥੱਲੋਂ ਜ਼ਮੀਨ ਛੱਡੋ, ਮੈਂ ਕਹਿੰਦਾ ਉੱਪਰੋਂ ਆਸਮਾਨ ਤੇ ਥੱਲਿਓਂ ਜ਼ਮੀਨ ਦੋਨੇ ਨਿਕਲ ਗਈਆਂ ਜੀ। ਔਰ ਉਹ ਜਦੋਂ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਤੇ ਮੇਰੇ ਖਿਆਲ ਨਾਲ ਉਹਨਾਂ ਸਰੋਤਿਆਂ ਦਾ ਜਿਹੜੇ ਮੇਰੀ ਗੱਲ ਨੂੰ ਸੁਣਨਗੇ, ਔਰ ਤੁਸੀਂ ਵੀ ਆਪ ਹੈਰਾਨ ਹੋਵੋਗੇ ਵੀ ਇਹ ਕੀ ਚੱਲ ਰਿਹਾ। ਇੱਕ ਪਾਸੇ ਕਹਿੰਦੇ ਆ ਪੰਜਾਬ ਕਰਜ਼ਾਈ ਆ ਜੀ, ਤੇ ਇੱਕ ਪਾਸੇ ਕਹਿੰਦੇ ਆ ਇਹ ਖਜ਼ਾਨਾ ਵੀ ਖਾਲੀ ਆ, ਕਹਿੰਦੇ ਨੇ, ਹੈਨਾ। ਤੇ ਪਹਿਲੀ ਗੱਲ ਤੇ ਮੈਂ ਕਹਿੰਦਾ ਜੇ ਖਜ਼ਾਨਾ ਖਾਲੀ ਆ, ਇਹਨੂੰ ਖਜ਼ਾਨਾ ਕਹਿੰਦੇ ਕਿਉਂ? ਇਹਨੂੰ ਪੀਪਾ ਕਹੋ, ਜਿਹੜਾ ਵੱਜਦਾ ਰਹਿੰਦਾ ਹਰ ਵੇਲੇ, ਤੁਸੀਂ ਵਜਾਉਂਦੇ ਰਹਿੰਦੇ। ਮੈਂ ਤੁਹਾਡੀ ਗੱਲ ਵਿੱਚ ਰੋਕਣ ਲੱਗਿਆ, ਥੋੜੇ ਦਿਨ ਪਹਿਲਾਂ ਤੋਂ ਨਾ ਇੱਕ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜੇ ਦਰਜਾ ਚੌਥਾ ਛੱਡ ਕੇ ਜਿਹੜੇ ਉੱਪਰਲੇ ਮੁਲਾਜ਼ਮ ਨੇ ਉਹਨਾਂ ਦੀ ਸੈਲਰੀ ਦੇ ਵਿੱਚ ਜੁਲਾਈ ਮਹੀਨੇ ਦੀ ਸੈਲਰੀ ਦੇ ਵਿੱਚ ਕਟੌਤੀ ਹੋਊਗੀ, ਜਿਹਦੇ ਕਰਕੇ ਬਹੁਤ ਸਾਰੇ ਮੁਲਾਜ਼ਮ ਹੜਤਾਲਾਂ ਤੇ ਬੈਠੇ ਨੇ। ਹੁਣ ਉਦੋਂ ਅੱਗੇ ਇਹ ਦੱਸੋ ਕਿ ਉਹ ਤਾਂ 40-50,000 60,000 ਸੈਲਰੀ ਲੈਂਦਾ ਹੋਣਗੇ ਜਿਹੜੇ ਲੈਂਦੇ ਨੇ, ਜਿਹੜੇ ਐਮਐਲਏ ਦੀ ਤੁਸੀਂ ਗੱਲ ਕਰਦੇ ਹੋ ਉਹ ਦੱਸੋ ਹੁਣ ਕਿੰਨਿਆਂ 'ਚ ਪੈਂਦੇ ਨੇ ਜੀ। ਸਭ ਤੋਂ ਪਹਿਲਾਂ ਆ ਖੁਲਾਸਾ ਆ, ਇਹ ਐਕਟ ਆ ਜੀ। ਇਸ ਐਕਟ ਨੂੰ ਕਿਹਾ ਗਿਆ ਆ a brief of the facility provided to the member with effect from 15 ਮਈ 2015, ਜਿਹੜਾ ਮਿਡ ਇਹਦੇ ਵਿੱਚ ਹੋਇਆ, ਸੰਸ਼ੋਧਨ ਹੋਇਆ। ਉਸ ਤੋਂ ਬਾਅਦ ਇਹ ਜਿਹੜਾ ਲੇਟੈਸਟ ਕੀ ਆ, ਇਹਦੇ ਤੇ ਵਿਧਾਨ ਸਭਾ ਦੇ ਸੁਪਰੀਡੈਂਟ ਦੀ ਮੋਹਰ ਲੱਗੀ ਹੋਈ ਆ। ਇਹ ਕੱਲ ਨੂੰ ਮੁੱਕਰ ਨਾ ਜਾਣ ਵੀ ਮੈਂ ਆਪਣੇ ਕੋਲੋਂ ਲਾ ਕੇ ਦਿੱਤੀਆਂ ਨੇ। ਬਿਲਕੁਲ ਜੀ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ ਇਹ ਤੇ ਹੁੰਦਾ ਕੀ ਆ। ਨੰਬਰ 1, ਸੈਲਰੀ ਇੱਕ ਐਮਐਲਏ ਦੀ 25,000 ਰੁਪਏ ਆ ਜੀ, ਇਹ ਪਤਾ ਸੀਗੀ ਜੀ। ਲੇਕਿਨ ਹੁਣ ਮੁਆਵਜ਼ੇ ਦੇਖੋ ਕੀ ਆ, ਇਹਨਾਂ ਨੂੰ ਭੱਤੇ ਕਿਹੜੇ ਮਿਲਦੇ ਆ ਜੀ। ਇੱਕ ਹੈਗਾ ਕੰਪਨਸੇਸ਼ਨ ਅਲਾਉਂਸ ਜੀ। ਹੁਣ ਕੰਪਨਸੇਸ਼ਨ ਦਾ ਮਤਲਬ ਕੀ ਆ? ਮੈਂ ਜਦੋਂ ਇਹਨੂੰ ਗੂਗਲ ਤੇ ਜਾ ਕੇ ਸਰਚ ਕੀਤਾ ਤੇ ਉਹ ਕਹਿੰਦੇ ਜੀ ਮੁਆਵਜ਼ਾ। ਕਿਹੜਾ ਮੁਆਵਜ਼ਾ? ਇਹ ਨਹੀਂ ਪਤਾ, ਕੋਈ ਪਤਾ ਨਹੀਂ ਕਿ ਕਾਹਦਾ ਮੁਆਵਜ਼ਾ। ਉਹ ਹੈਗਾ 5,000 ਰੁਪਏ ਮਹੀਨਾ। ਹੁਣ ਕੈਲਕੂਲੇਸ਼ਨ ਕਰਨਾ ਤੁਹਾਡਾ ਕੰਮ ਆ ਜੀ, ਤਲੋਚਨ ਦੀ ਜੀ। ਮੇਰਾ ਕੰਮ ਦੱਸਣਾ ਆ। 30,000 ਹੋ ਗਿਆ ਜੀ, 30,000 ਹੋ ਗਿਆ ਜੀ। ਉਸ ਤੋਂ ਬਾਅਦ ਆਉਂਦਾ ਜੀ ਕਨਸਟੀਚੁਐਂਸੀ ਸੈਕਟਰੀਅਲ ਐਂਡ ਪੋਸਟਲ ਫੈਸਿਲਿਟੀ ਅਲਾਉਂਸ। ਉਹ ਹੈਗਾ ਜੀ ਇਹਨਾਂ ਦਾ 25,000 ਰੁਪਏ ਮਹੀਨਾ।
ਮਤਲਬ ਜਿਹੜਾ ਇੱਕ ਐਮਐਲਏ ਚਿੱਠੀਆਂ ਵਗੈਰਾ ਚਿੱਠੀ ਪੱਤਰ ਪਾਉਂਦਾ ਸਰਕਾਰ ਨੂੰ ਜਾਂ ਪਬਲਿਕ ਦਾ ਜਵਾਬ ਦਿੰਦਾ, ਉਹਦਾ 25000 ਰੁਪਇਆ ਸਿਰਫ ਚਿੱਠੀ ਪੱਤਰ ਦਾ। ਚਿੱਠੀ ਪੱਤਰ ਦਾ ਕਨਸਟੀਚੁਐਂਸੀ ਸੈਕਟਰੀਅਲ ਜਿਹੜੀ ਇਹਨਾਂ ਦੀ ਪੋਸਟਲ ਜਿਹੜੀ ਲੈਣ ਦੇਣ ਆ ਉਹਦਾ 25000 ਰੁਪਇਆ ਮਹੀਨਾ ਮਿਲਦਾ। ਤੇ ਇੰਨੇ ਮਹਿੰਗੇ ਕਾਗਜ਼ ਤਾਂ ਹੋਣਗੇ ਨਹੀਂ ਸਰ, ਜਿਹਨੇ 25000 ਦੇ ਕਿਹੜੇ ਕਾਗਜ਼ ਲੱਗ ਜਾਂਦੇ। ਮੈਂ ਜਾਂਦੇ ਕਿਹਾ ਸਰ ਤੁਸੀਂ ਅੱਗੇ ਅੱਗੇ ਦੇਖੋ, ਇਹ ਤੇ ਆਪਾਂ ਡਿਸਕਸ਼ਨ ਬਰੀਫਲੀ ਕਰਾਂਗੇ ਜੀ ਕਿ 25000 ਰੁਪਇਆ। ਉਸ ਤੋਂ ਬਾਅਦ ਆਫਿਸ ਅਲਾਉਂਸ ਵੀ ਇਹਨਾਂ ਨੂੰ ਆਪਣੇ ਏਰੀਆ ਦੇ ਵਿੱਚ ਆਫਿਸ ਖੋਲਣ ਦਾ ਜੀ 10000 ਰੁਪਇਆ ਮਹੀਨਾ ਮਿਲਦਾ ਆ। ਓਕੇ 10000 ਰੁਪਇਆ ਮਹੀਨਾ ਇਹਨਾਂ ਨੂੰ ਆਪਣੇ ਆਫਿਸ ਖੋਲਣ ਦਾ ਮਿਲਦਾ ਆ। ਔਰ ਉਸ ਤੋਂ ਇਲਾਵਾ ਸੈਂਚੁਰੀ ਅਲਾਈਅੰਸ ਯਾਨੀ ਕਿ ਨਿਵਾਸੀ ਭੱਤਾ ਜਿਹਨੂੰ ਕਹਿੰਦੇ ਨੇ, ਉਹ 3000 ਰੁਪਇਆ ਮਹੀਨਾ ਆ ਜੀ। ਠੀਕ ਹੈ। ਉਸ ਤੋਂ ਬਾਅਦ ਵਾਟਰ ਐਂਡ ਇਲੈਕਟ੍ਰਿਸਿਟੀ ਅਲਾਉਂਸ ਲਈ 1000 ਰੁਪਇਆ ਮਹੀਨਾ ਮਿਲਦਾ ਇਹਨਾਂ ਨੂੰ ਜੀ। ਮੈਂ ਨਾਲ ਦੀ ਨਾਲ ਮੈਂ ਫੋਨ ਇਸ ਕਰਕੇ ਚੱਕਿਆ ਸੀ ਕਿ ਮੈਂ ਨਾਲ ਦੀ ਨਾਲ ਕੈਲਕੂਲੇਟ ਕਰਦਾ ਰਵਾਂ ਕਿ ਕਿੰਨੇ ਲੱਖ ਦੇ ਵਿੱਚ ਸਾਨੂੰ ਇੱਕ ਐਮਐਲਏ ਪੈਂਦਾ ਵਾ ਜੀ। ਉਸ ਤੋਂ ਬਾਅਦ ਇਹਨਾਂ ਦਾ ਟੈਲੀਫੋਨ ਅਲਾਉਂਸ ਜਿਹੜਾ ਆ ਉਹ 15000 ਰੁਪਏ ਮਹੀਨਾ ਆ ਜੀ। ਸੈਕਟਰੀਏਟ ਅਲਾਉਂਸ ਜਿਹੜਾ ਸੈਕਟਰੀਅਲ ਦੇ ਵਿੱਚ ਜਾ ਕੇ ਬਹਿੰਦੇ ਨੇ, ਓਕੇ, ਉਹਦੇ ਵੀ ਇਹਨਾਂ ਨੂੰ ਭੱਤਾ ਮਿਲਦਾ, ਉਹ 10000 ਰੁਪਇਆ ਮਹੀਨਾ ਆ ਜੀ। ਠੀਕ ਹੈ। ਹੁਣ ਇਹ ਸਾਰੇ ਭੱਤੇ ਤੁਸੀਂ ਕੈਲਕੂਲੇਟ ਕਰੋ, ਇਹ ਤਕਰੀਬਨ 1.5 ਲੱਖ ਤੋਂ ਉੱਪਰ ਜਾਣਗੇ। ਇੱਕ ਐਮਐਲਏ ਮਹੀਨੇ ਦਾ ਸਾਨੂੰ 1.5 ਲੱਖ ਚ ਪੈਂਦਾ ਜੀ। ਹਜੇ ਹੋ ਰਿਹਾ। ਅੱਛਾ ਜੀ। ਇਹ ਜਸਟ ਸ਼ੁਰੂਆਤ ਆ ਜੀ। ਉਸ ਤੋਂ ਬਾਅਦ ਹੁਣ ਇੰਨੀਆਂ ਮਹਿੰਗੀਆਂ ਗੱਡੀਆਂ ਚੱਲਦੀਆਂ ਨੇ ਜੀ, ਜਿਪਸੀਆਂ ਚੱਲਦੀਆਂ ਨੇ, ਗਨਮੈਨ ਨੇ ਜੀ। ਹੁਣ ਇਹਨਾਂ ਨੂੰ ਰੋਡ ਮਾਈਲੇਜ ਵੱਖਰੀ ਮਿਲਦੀ ਹੈ। ਓਕੇ, ਉਹ ਕੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤਰਲੋਚਨ ਜੀ, ਜਦੋਂ ਆਪਾਂ ਕੋਈ ਟੈਕਸੀ ਕਰਦੇ ਆ ਜਾਂ ਊਬਰ ਜਾਂ ਕੋਈ ਕੈਬ ਕਰਦੇ ਆ, ਉਹ ਕੈਬ ਵਾਲੇ ਆਪਣੇ ਤੋਂ ਕਿੰਨੇ ਰੁਪਏ ਪਰ ਕਿਲੋਮੀਟਰ ਚਾਰਜ ਕਰਦੇ ਨੇ? ਮੇਰੇ ਖਿਆਲ ਮੈਕਸਿਮਮ 10 ਰੁਪਏ ਲਾ ਲਓ, ਮੈਕਸਿਮਮ 10 ਨਹੀਂ ਹੋਊਗਾ। ਬਿਲਕੁਲ ਬਿਲਕੁਲ ਜੀ, ਸੋਚ ਲਓ, ਸਹੀ ਹੈ ਨਾ? ਮੈਕਸਿਮਮ 10 ਰੁਪਏ ਹੋ ਜੂ। ਇਹ 15 ਰੁਪਏ ਪਰ ਕਿਲੋਮੀਟਰ ਪੰਜਾਬ ਸਰਕਾਰ ਤੋਂ ਲੈਂਦੇ ਨੇ। ਓਕੇ, ਚਾਹੇ ਉਹ ਆਪਦੀ ਗੱਡੀ 'ਚ ਜਾਂਦੇ ਨੇ, ਡਸਨਟ ਮੈਟਰ। ਓਕੇ, 15 ਰੁਪਏ ਪਰ ਕਿਲੋਮੀਟਰ, ਯਾਨੀ ਕਿ ਮੇਰਾ ਹਲਕਾ ਕਪੂਰਥਲਾ ਆ ਜੀ, ਤੇ ਕਪੂਰਥਲੇ ਤੋਂ ਚੰਡੀਗੜ੍ਹ ਹੈਗਾ ਤਕਰੀਬਨ 200 ਕਿਲੋਮੀਟਰ, ਤੇ ਯਾਨੀ ਕਿ ਸਾਡਾ ਏਰੀਆ ਦਾ ਕੋਈ ਐਮਐਲਏ ਕਪੂਰਥਲੇ ਤੋਂ ਜੇ ਚੰਡੀਗੜ੍ਹ ਅਪ ਡਾਊਨ ਕਰਦਾ ਤੇ 400 ਕਿਲੋਮੀਟਰ ਬਣ ਗਿਆ। 400 ਕਿਲੋਮੀਟਰ ਤੇ ਉਹ ਹੁਣ 6000 ਰੁਪਇਆ ਤੇਲ ਦਾ ਖਰਚਾ ਲੈ ਗਿਆ, ਜਦ ਕਿ ਗੱਡੀ ਉਹਦੀ ਆਪ ਦੀ ਆ। ਉਹ ਮੈਕਸਿਮਮ 1500 2000 ਰੁਪਏ ਦਾ ਤੇਲ ਲੱਗਦਾ ਜੀ। ਬਿਲਕੁਲ ਠੀਕ ਹੈ ਜੀ। ਹੁਣ ਉਸ ਤੋਂ ਇਲਾਵਾ ਇੱਕ ਡੇਲੀ ਅਲਾਉਂਸ ਇਹਨਾਂ ਨੂੰ ਮਿਲਦਾ ਆ ਜੀ, ਉਹ 1500 ਰੁਪਏ ਪਰ ਡੇ ਆ। ਉਹ ਕਾਹਦਾ ਜੀ? ਬਸ ਇਹ ਮੈਨੂੰ ਕੀ ਪਤਾ ਜੀ, ਇਹ ਤੇ ਇੱਥੇ ਲਿਖਿਆ ਹੋਇਆ। ਇੱਥੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਡੇਲੀ ਅਲਾਈਅੰਸ ਮਤਲਬ ਡਿਟੇਲ ਕੁਝ ਨਹੀਂ ਹੈਗੀ, ਡਿਟੇਲ ਕੋਈ ਨਹੀਂ ਕਿ ਡੇਲੀ ਦੇ ਵਿੱਚ ਉਹ ਕਿਸ ਚੀਜ਼ ਦੇ ਵਿੱਚ 1500 ਰੁਪਇਆ ਵਰਤਿਆ ਜਾ ਰਿਹਾ, ਇਹ ਨਹੀਂ ਜਾਣਕਾਰੀ ਦਿੱਤੀ ਸਰਕਾਰ ਨੇ ਇਹਨਾਂ ਨੂੰ। ਇਹ ਕਹਤਾ ਵੀ ਡੇਲੀ ਅਲਾਊਂਸ, ਬਸ ਉਹ 1500 ਰੁਪਇਆ ਪਰ ਡੇ ਸਾਡੇ ਟੈਕਸਾਂ ਦਾ ਪੈਸਾ ਜਾਂਦਾ ਜੀ। ਹੋਰ ਅੱਗੇ ਜੀ, ਉਸ ਤੋਂ ਬਾਅਦ ਇਹਨਾਂ ਨੂੰ ਫ੍ਰੀ ਟਰੈਵਲ ਫੈਸਿਲਿਟੀ ਮਿਲਦੀ ਹੈ, ਬਾਈ 에ਅਰ ਜੀ, ਬਾਈ ਰੋਡ ਜੀ, ਬਾਈ ਰੇਲ ਜੀ। ਉਹ 3 ਲੱਖ ਤੱਕ ਦਾ ਸਾਲ ਦਾ ਇੱਕ ਐਮਐਲਏ ਯੂਜ਼ ਕਰ ਸਕਦਾ ਹੈ। ਓਕੇ, ਠੀਕ ਹੈ ਜੀ। ਔਰ ਇਹਦੇ ਵਿੱਚ ਉਹ ਇਕੱਲਾ ਅਲਾਊਡ ਨਹੀਂ ਹੁੰਦਾ ਜੀ, ਉਹਦੇ ਫੈਮਿਲੀ ਮੈਂਬਰਸ ਜੀ, ਸਪੈਸ਼ਲੀ ਜਿਹਦੇ ਵਿੱਚ ਬੱਚੇ ਜੀ, ਔਰ ਉਹਦੇ ਹਸਬੈਂਡ ਜਾਂ ਵਾਈਫ ਜੀ, ਔਰ ਉਹਨਾਂ ਦੇ ਪੇਰੈਂਟਸ, ਦੈਟਸ ਇਟ। ਮਤਲਬ ਪੂਰੀ ਫੈਮਿਲੀ ਉਹਨਾਂ ਦੀ ਟਰੈਵਲ ਕਰ ਸਕਦੀ ਆ। 3 ਲੱਖ ਰੁਪਇਆ ਸਾਲ ਦਾ ਉਹਨਾਂ ਨੂੰ ਮਿਲਣਾ ਹੀ ਮਿਲਣਾ, ਉਹ ਕਰਨ ਚਾਹੇ ਨਾ ਕਰਨ ਜੀ। ਹੁਣ ਟਰੈਵਲ ਅਲਾਊਂਸ ਨੇ ਉਹਨਾਂ ਨੂੰ ਬਰੀਫ ਕਰਕੇ ਦੱਸਿਆ ਜੀ ਕਿ ਜੇ ਇਹ ਫਸਟ ਕਲਾਸ ਦੇ ਵਿੱਚ ਜਾਂਦੇ ਨੇ ਤੇ ਇਹਨਾਂ ਨੂੰ ਫਸਟ ਕਲਾਸ ਦਾ ਖਰਚਾ ਮਿਲੇਗਾ ਜੀ। ਇਹ ਅਗਰ ਆਪਣੇ ਪੰਜਾਬ ਤੋਂ ਬਾਹਰ ਜੀ ਕਿਸੇ ਹੋਟਲ 'ਚ ਰੁਕਦੇ ਨੇ ਜੀ ਤੇ ਇਹਨਾਂ ਨੂੰ ਉਹ ਖਰਚੇ ਦੇ ਬਿੱਲ ਮਿਲਣਗੇ ਜਿਹੜਾ ਆਪਣੇ ਪੰਜਾਬ ਦੇ ਕਲਾਸ 1 ਅਫਸਰ ਦੇ ਅਫਸਰ ਨੂੰ ਮਿਲਦੇ ਨੇ। ਅੱਛਾ ਜੀ। ਹਾਂਜੀ, ਮਤਲਬ ਮੰਨ ਲਓ ਇੱਕ ਐਮਐਲਏ ਆਪਣੇ ਪੰਜਾਬ ਤੋਂ ਬਾਹਰ ਗਿਆ, ਕਿਸੇ 5 ਸਟਾਰ ਹੋਟਲ 'ਚ ਜਾ ਕੇ 4 ਸਟਾਰ ਹੋਟਲ 'ਚ ਜਾ ਕੇ ਰਹਿ ਗਿਆ ਜੀ, ਔਰ ਉੱਥੇ ਜਾ ਕੇ ਅਗਰ ਉਹ ਬਿੱਲ ਬਣਾ ਕੇ ਪੰਜਾਬ ਇੱਕ ਵਾਰੀ ਉਹਨੂੰ ਕੋਲੋਂ ਦੇਣੇ ਪੈਣੇ ਆ, ਔਰ ਉੱਥੋਂ ਬਿੱਲ ਲਿਆ ਕੇ ਉਹ ਪੰਜਾਬ ਸਰਕਾਰ ਨੂੰ ਅਗਰ ਸਬਮਿਟ ਕਰਦਾ ਵਾ ਉੱਥੇ ਸੈਕਟਰੀ ਨੂੰ, ਤੇ ਉਹ ਉਹਨੇ ਭੱਤੇ ਜਿਹੜੇ ਉਹਨੂੰ ਵਾਪਸ ਮਿਲ ਜਾਣਗੇ। ਇਸ ਹਿਸਾਬ ਨਾਲ ਤਾਂ ਜੀ ਇਹ ਜੇ ਜ਼ਿਆਦਾ ਨਾ ਲਾਇਆ ਜਾਵੇ ਤਾਂ ਸਾਨੂੰ ਇੱਕ ਐਮਐਲਏ 1.5 ਤੋਂ 2 ਲੱਖ ਰੁਪਏ ਦੇ ਵਿੱਚ ਮਹੀਨਾ ਪੈਂਦਾ ਨਾ ਜੀ। ਤੇ ਇਹਦੇ ਵਿੱਚ ਉਹ ਇੱਕ ਜਾਣਕਾਰੀ ਮੈਨੂੰ ਜਿੱਥੇ ਤੱਕ ਹੈਗੀ ਆ, ਇੱਕ ਮੈਡੀਕਲ ਫੈਸਿਲਿਟੀ ਵੀ ਹੁੰਦੀ ਹੈ ਇਹਨਾਂ ਨੂੰ। ਮੈਂ ਉਹੀ ਦੱਸਣ ਲੱਗਾ ਜੀ। ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੈਡੀਕਲ ਫੈਸਿਲਿਟੀ ਹੈ ਜੀ, ਉਹ ਇਹਨਾਂ ਦੇ ਤੇ ਪੂਰੇ ਪਰਿਵਾਰ ਦੀ 100% ਫ੍ਰੀ ਹੈ। ਡਸਨਟ ਮੈਟਰ ਕਿ ਉਹ ਸਰਕਾਰੀ ਇਲਾਜ ਹੁੰਦਾ ਹੈ ਜਾਂ ਪ੍ਰਾਈਵੇਟ ਹੁੰਦਾ। ਸਰਕਾਰੀ ਤਾਂ ਜਾਂਦੇ ਹੀ ਨਹੀਂ ਜੀ ਸਰ, ਐਮਐਲਏ ਕਿੱਥੇ ਸਰਕਾਰੀਆਂ 'ਚ ਜਾਂਦਾ ਜੀ, ਸਰਕਾਰੀ ਤਾਂ ਆਮ ਜਨਤਾ ਜਾਂਦੀ ਆ। ਉਹ ਇਹਨਾਂ ਦਾ ਜਿਹੜਾ ਆ ਉਹ ਰਿਸਕਵਰ ਪੂਰਾ ਆ ਇਹਨਾਂ ਦਾ, ਉਹ ਪੰਜਾਬ ਸਰਕਾਰ ਪੇ ਕਰੇ। ਇੱਥੇ ਮੈਨੂੰ ਤੁਹਾਡੀ ਗੱਲ ਤੇ ਗੱਲ ਯਾਦ ਆ ਗਈ ਆ ਕਿ ਸੱਤਾਧਾਰੀ ਪਾਰਟੀ ਦੀ ਇੱਕ ਬੀਬੀ ਨੇ
ਇੱਕ ਵਾਰ ਬਿੱਲ ਬਣਾ ਕੇ ਭੇਜਿਆ ਸੀ ਆਪਦੀ ਜ਼ਾਰ ਚੇਂਜ ਕਰਾਉਣੀ ਦਾ 1,40,000 ਰੁਪਏ। ਬਿਲਕੁਲ ਜੀ, ਇਹ ਗੱਲ ਮੈਂ ਵੀ ਸੁਣਨ ਦੇ ਵਿੱਚ ਆਈ ਸੀਗੀ। ਔਰ ਉਸ ਤੋਂ ਬਾਅਦ ਬੈਂਸ ਬ੍ਰਦਰ ਹੋਣਾ ਦਾ ਵੀ ਕਈ ਬੜੇ ਰੋਲੇ ਆਏ ਸੀਗੇ ਇਸ ਮਸਲੇ ਦੇ ਉੱਤੇ ਵੀ। ਉਹਨਾਂ ਨੇ ਸਰਕਾਰੀ ਬਿੱਲ ਜਿਹੜਾ ਆ ਉਹ ਕਾਫੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਬਿੱਲ ਜਿਹੜਾ ਵਾ ਪੰਜਾਬ ਸਰਕਾਰ ਤੋਂ, ਜਦ ਕਿ ਸਭ ਤੋਂ ਵੱਧ ਰੋਲਾ ਪਾਉਂਦੇ ਸੀਗੇ। ਤੁਸੀਂ ਮੈਨੂੰ ਥੋੜਾ ਜਿਹਾ ਟਾਈਮ ਦਿਓ ਜੀ, ਤੇ ਜੇ ਪ੍ਰਮਾਤਮਾ ਨੇ ਚਾਹਿਆ ਤੇ ਮੈਂ ਉਹ ਬਿੱਲ ਦੀ ਕਾਪੀ ਵੀ ਤੁਹਾਡੇ ਕੋਲ ਲਿਆ ਕੇ ਦੇ ਦੂੰਗਾ। ਫਿਰ ਉਦੋਂ ਸ਼ੋਅ ਕਰ ਦਿਓ ਵੀ ਬੈਂਸ ਸਾਹਿਬ ਨੇ ਟਰੈਵਲ ਫੈਸਿਲਿਟੀ। ਦੇਖੋ ਮੈਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਇਹ ਗੱਲੇ ਇਕੱਲੇ ਬੈਂਸ ਸਾਹਿਬ ਦੀ ਗੱਲ ਨਹੀਂ, ਮੈਂ 117 ਕਿਸੇ ਨਾਲ ਜਾਤੀ ਦਾ ਮੈਂ 117 ਐਮਐਲਏ ਦੀ ਗੱਲ ਕਰ ਰਿਹਾ। ਓਕੇ, 117 ਐਮਐਲਏ ਇਹੀ ਕਹਿੰਦੇ ਵੀ ਸਾਡੇ ਵਰਗਾ ਇਮਾਨਦਾਰ ਕੋਈ ਨਹੀਂ ਹੈਗਾ। ਬਿਲਕੁਲ ਜੀ, ਸਾਰੇ ਇਹੀ ਕਹਿੰਦੇ ਸੇਵਾ ਕਰਦੇ ਆ ਜੀ, ਸਾਰੇ ਸੇਵਾ ਕਰਦੇ ਆ। ਆ ਜਿਹੜਾ ਮੇਵਾ ਮਿਲਣ ਡਿਆ ਇਹ ਕਿੱਥੇ ਜਾਣ ਡਿਆ? ਇਹਦਾ ਮਤਲਬ ਫਿਰ ਸਰ ਇੱਥੇ ਮੈਂ ਜਾਣਕਾਰੀ ਤੁਹਾਡੇ ਤੋਂ, ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਉਂਦੀ ਪਈ ਆ ਕਿ ਐਵੇਂ ਨਹੀਂ ਇੱਕ ਐਮਐਲਏ ਬਣਨ ਦੇ ਵਾਸਤੇ ਸ਼ਰਾਬਾਂ ਪੈਸਾ ਝੋਕਿਆ ਜਾਂਦਾ, ਅੰਨਾ ਪੈਸਾ ਝੋਕਿਆ ਜਾਂਦਾ, ਅੰਨੀਆਂ ਸ਼ਰਾਬਾਂ ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਕਿ ਇਹਦਾ ਮਤਲਬ ਆ ਜਿਹੜੀਆਂ ਇੱਕ ਐਮਐਲਏ ਇੱਕ ਵਾਰ ਬਣ ਗਿਆ ਉਹਨੂੰ ਸਾਰੀ ਜ਼ਿੰਦਗੀ ਦੀਆਂ ਰੋਟੀਆਂ ਨੇ ਇੱਕ ਤਰ੍ਹਾਂ ਦਾ। ਪੈਨਸ਼ਨ ਕਿੰਨੀ ਆ ਜੀ? ਪੈਨਸ਼ਨ ਜੀ ਇਹਨਾਂ ਦੀ 15,000 ਰੁਪਏ ਫਿਕਸ ਪੈਨਸ਼ਨ ਜੀ, ਪਲੱਸ 10,000 ਰੁਪਏ ਇਹਨਾਂ ਨੂੰ ਇੱਕ ਅਲਾਉਂਸ ਮਿਲਦਾ, ਪਤਾ ਮਿਲਦਾ ਆ। 25,000 ਰੁਪਏ ਇਹਨਾਂ ਦੀ ਇੱਕ ਬੰਦੇ ਦੀ। ਇੱਥੇ ਮੈਨੂੰ ਇੱਕ ਇਹ ਜਾਣਕਾਰੀ ਦਿਓ ਕਿ ਇੱਕ ਐਮਐਲਏ ਜੇ 5 ਸਾਲ ਕੱਟਦਾ ਉਹਨੂੰ ਤਾਂਹੀਓ ਇਹ ਭੱਤੇ ਮਿਲਦੇ ਨੇ ਕਿ ਉਹ ਜਿੰਨੇ ਚਿਰ ਲਈ ਮਰਜ਼ੀ ਬਣਦਾ? ਨਹੀਂ ਜੀ, ਇਦਾਂ ਨਹੀਂ। ਉਹ ਭਾਵੇਂ ਸਾਲ ਲਈ ਬਣੇ ਜੀ, ਉਹ ਭਾਵੇਂ 2 ਸਾਲ ਲਈ ਬਣੇ, ਉਹਦੀ ਪੈਨਸ਼ਨ ਪੂਰੀ ਜ਼ਿੰਦਗੀ ਦੀ ਪੱਕੀ ਆ। ਤੇ ਜਿੰਨੀ ਵਾਰੀ ਉਹ ਐਮਐਲਏ ਬਣੂਗਾ, ਜਿੰਨੀ ਵਾਰੀ ਉਹ ਐਮਐਲਏ ਬਣੂਗਾ, ਕਿਉਂਕਿ ਬਾਦਲ ਸਾਹਿਬ ਦਾ ਅਸੀਂ ਸੁਣਦੇ ਆ ਨਾ ਬੜੀ ਚਰਚਾ 'ਚ ਪਿਛਲੇ ਸਮੇਂ ਤੋਂ ਆਇਆ ਕਿ 5 ਪੈਨਸ਼ਨਾਂ ਲੈ ਰਹੇ ਨੇ, ਕੋਈ 4 ਲੈ ਰਿਹਾ, ਕੋਈ 3 ਲੈ ਰਿਹਾ। ਇੱਥੇ ਮੈਂ ਥੋੜਾ ਬਰੀਫ ਕਰਨਾ ਚਾਹੂੰਗਾ ਜੀ। ਮੈਨੂੰ ਵੀ ਇਦਾਂ ਲੱਗਦਾ ਸੀਗਾ ਵੀ ਪੈਨਸ਼ਨ ਔਰ ਸੈਲਰੀ ਜਿਹੜੀ ਉਹ ਇਕੱਠੀਆਂ ਹੁੰਦੀਆਂ ਨੇ। ਓਕੇ, ਪਰ ਇੱਥੇ ਅਮੈਂਡਮੈਂਟ ਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਉਨੀ ਦੇਰ ਤੱਕ ਪੈਨਸ਼ਨ ਕਿਸੇ ਨੂੰ ਨਹੀਂ ਮਿਲਦੀ ਜਿੰਨੀ ਦੇਰ ਤੱਕ ਉਹ ਪ੍ਰੈਜ਼ੈਂਟ ਐਮਐਲਏ ਆ। ਯਾਨੀ ਕਿ ਜਾਂ ਤੇ ਉਹ ਪੈਨਸ਼ਨ ਦਾ ਲਾਭ ਲੈ ਲਵੇ ਤੇ ਜਾਂ ਉਹ ਜਿਹੜੇ ਐਮਐਲਏ ਭੱਤੇ ਆ ਉਹਨਾਂ ਦਾ ਲਾਭ ਮਿਲਦੇ ਆ ਜਾਂ ਉਹ ਲੈ ਲਵੇ। ਪਰ ਉਹ ਜਦੋਂ ਤੁਸੀਂ ਦੋਨੇ ਦੇਖੋਗੇ ਕੋਈ ਬਹੁਤਾ ਫਰਕ ਨਹੀਂ ਹੈਗਾ ਜੀ, ਠੀਕ ਆ। ਉਹਦੇ ਵਿੱਚ ਕੀ ਆ, ਹੁਣ ਜਿੱਦਾਂ ਬਾਦਲ ਸਾਹਿਬ ਇਸ ਟਾਈਮ ਐਮਐਲਏ ਨੇ ਤੇ ਉਹਨਾਂ ਨੂੰ ਪੈਨਸ਼ਨ ਦੇ ਨਾਮ ਤੇ ਕੁਝ ਨਹੀਂ ਮਿਲ ਰਿਹਾ। ਜਦੋਂ ਬਾਦਲ ਸਾਹਿਬ ਐਮਐਲਏ ਨਹੀਂ ਰਹਿਣਗੇ ਜੀ, ਜਾਂ ਇਲੈਕਸ਼ਨ ਹਾਰ ਜਾਣ ਜਾਂ ਇਲੈਕਸ਼ਨ ਨਾ ਲੜਨ, ਜਦੋਂ ਪੂਰਵ ਐਮਐਲਏ ਦੀ ਗਿਣਤੀ ਦੇ ਵਿੱਚ ਆ ਗਏ ਉਦੋਂ ਉਹਨਾਂ ਨੂੰ ਫਿਰ ਉਹ ਜਿਹੜੇ ਐਕਸ ਐਮਐਲਏ ਦੀ ਜਿਹੜੀ ਇਹਨਾਂ ਦੀ ਕਾਪੀ ਹੈ ਫਿਰ ਉਹ ਲਾਗੂ ਉਹਨਾਂ ਤੇ ਹੋ ਜਾਏਗੀ। ਇੱਥੇ ਮੈਨੂੰ ਇਹ ਜਾਣਕਾਰੀ ਦਿਓ ਸਰ ਵੀ ਜਦੋਂ ਇੱਕ ਐਮਐਲਏ ਮੰਨ ਲਓ ਉਹ ਨਹੀਂ ਹੁੰਦਾ, ਜਿਹੜੇ ਭੱਤੇ ਨੇ ਜਾਂ ਜਿਹੜਾ ਹੋਰ ਬਕਾਇਦਾ ਉਹਨੂੰ ਸਹਾਇਤਾ ਮਿਲਦੀ ਆ, ਇਹ ਉਦੋਂ ਵੀ ਮਿਲਦੀ ਆ ਕਿ ਇਕੱਲੀ ਉਦੋਂ ਸਿਰਫ ਪੈਨਸ਼ਨ ਹੀ ਮਿਲਦੀ ਆ ਜੀ? ਸਰ ਉਦੋਂ ਇਹਨਾਂ ਭੱਤਿਆਂ ਦੇ ਵਿੱਚ ਕਟੌਤੀ ਆ ਜਾਂਦੀ ਆ ਜੀ, ਮੈਡੀਕਲ ਫੈਸਿਲਿਟੀ ਲੱਗੀ ਰਹਿੰਦੀ ਆ, ਮੈਡੀਕਲ ਫੈਸਿਲਿਟੀ ਮਿਲਦੀ ਉਹ ਪੂਰੀ ਬਣਦੀ ਰਹਿੰਦੀ ਆ ਜੀ, ਤੇ ਤਕਰੀਬਨ 25,000 ਰੁਪਏ ਉਹਨਾਂ ਨੂੰ ਉਹ ਮਿਲਦਾ ਰਹਿੰਦਾ ਆ। ਉਸ ਤੋਂ ਇਲਾਵਾ ਇਹਨਾਂ ਨੂੰ ਰਿਸਕ ਅਲਾਉਂਸ ਵੀ ਮਿਲਦਾ ਆ। ਓਕੇ, ਕਿ ਅਗਰ ਇਹ ਕਿਤੇ ਇਹਨਾਂ ਦੀ ਡੈਥ ਹੋ ਜਾਵੇ ਜੀ, ਕਿਸੇ ਆਤੰਕਵਾਦੀ ਇਹਦੇ ਨਾਲ ਥਰੂ ਇਹ ਕੋਈ ਇਹਨਾਂ ਨੂੰ ਮਰ ਜਾਵੇ, ਐਨਕਾਊਂਟਰ ਵਗੈਰਾ ਹੋ ਜਾਵੇ ਤੇ ਇਹਨਾਂ ਦਾ 5 ਲੱਖ ਰੁਪਇਆ ਇਹਨਾਂ ਨੂੰ ਪਤਾ ਮਿਲ, ਉਹ 5 ਲੱਖ ਰੁਪਇਆ ਉੱਕਾ ਪੁੱਕਾ ਮਿਲੇਗਾ। ਔਰ ਜੇ ਉਹਨਾਂ ਦੀ ਕੋਈ ਉਹਦਾ ਨੈਚੁਰਲ ਡੈਥ ਹੁੰਦੀ ਹੈ 3 ਲੱਖ ਰੁਪਇਆ ਇਹਨਾਂ ਨੂੰ ਮਿਲੇਗਾ। ਤੋ ਇਦਾਂ ਦੇ ਭੱਤੇ ਮਿਲਾ ਕੇ ਇਹਨਾਂ ਦਾ ਬੜਾ। ਔਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ, ਜੀ 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 ਜ਼ਰੂਰ, ਆ ਜਿੰਨੇ ਵੀ ਭੱਤਿਆਂ ਦੀ ਆਪਾਂ ਲਿਸਟ ਬਣਾਈ ਆ ਜੀ, ਠੀਕ ਹੈ, ਇਹਨਾਂ ਦੇ ਉੱਪਰ ਜਿਹੜਾ ਇਨਕਮ ਟੈਕਸ ਆ ਉਹ ਪੰਜਾਬ ਸਰਕਾਰ ਦਿੰਦੀ ਆ। ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਇਸ ਪੈਸਾ ਮਿਲਦਾ ਇਹਨਾਂ ਨੂੰ ਜੀ, ਉਹਦਾ ਟੈਕਸ ਵੀ ਸਰਕਾਰ ਪੇ ਕਰਦੀ ਹੈ? ਯੈਸ ਸਰ, ਇਹ ਇਹਨਾਂ ਨੇ ਗੱਲ ਕਹੀ ਹੈ ਜੀ 6 ਨੰਬਰ ਆ ਇਸ ਦੇ ਵਿੱਚ ਚੈਪਟਰ ਦੇ ਵਿੱਚ। ਔਰ ਇਨਕਮ ਟੈਕਸ ਦੇ ਬਾਰੇ ਉਹਨਾਂ ਨੇ ਲਿਖਿਆ, the income tax on salaries and other allowance provided to the member is paid by the state government। ਅਸੀਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ 4th ਕਲਾਸ ਤੋਂ ਲੈ ਕੇ ਇੱਕ ਮੰਨ ਲਓ ਕਹਿ ਲਓ ਰਜਿਸਟਰਾਰ ਤੱਕ ਜਾਂ ਜੱਜ ਤੱਕ ਜਿਹੜੇ ਸਰਕਾਰੀ ਮੁਲਾਜ਼ਮ ਨੇ, ਜਦੋਂ ਉਹਨਾਂ ਨੂੰ ਸੈਲਰੀ ਮਿਲਦੀ ਆ ਉਹਨਾਂ ਦਾ ਟੈਕਸ ਕੱਟ ਹੁੰਦਾ, TADA ਵਗੈਰਾ ਸਾਰਾ ਕੁਝ ਕੱਟ ਕੇ ਮਿਲਦੀ ਆ। ਪਰ ਇੱਕ ਐਮਐਲਏ ਜਦੋਂ ਬਣਦਾ, ਐਮਐਲਏ ਨੂੰ ਜਿਹੜੀ ਸੈਲਰੀ ਮਿਲਦੀ ਆ, ਐਮਐਲਏ ਨੂੰ ਜਿਹੜੇ ਭੱਤੇ ਮਿਲਦੇ ਨੇ, ਉਹਦੇ ਉੱਤੇ ਜੋ ਟੈਕਸ ਬਣਦਾ ਵਾ ਉਹ ਇੱਕ ਐਮਐਲਏ ਦੇ ਉਹਨਾਂ ਭੱਤਿਆਂ ਦੇ ਉਹਨਾਂ ਪੈਸਿਆਂ ਵਿੱਚੋਂ ਨਹੀਂ ਕੱਟਿਆ ਜਾਂਦਾ। ਜਿਹੜੀ ਉਹ ਵੀ ਪੰਜਾਬ ਸਰਕਾਰ ਦਿੰਦੀ ਆ। ਇਦੋਂ ਵੱਧ ਹੋਰ ਮੇਵਾ ਕੀ ਹੋ ਸਕਦਾ? ਮੈਂ ਇੱਥੇ ਮੈਨੂੰ ਕੋਈ ਕਹਿਣ ਦੇ ਵਿੱਚ ਝਿਜਕ ਨਹੀਂ ਕਿ ਇੱਕ ਐਮਐਲਏ ਬਣਨ ਦੇ ਲਈ ਇਸੇ ਕਰਕੇ ਇੰਨੇ ਲਾਲਚ ਦਿੱਤੇ ਜਾਂਦੇ ਆ ਸਾਡੀ ਜਨਤਾ ਨੂੰ, ਆਮ ਪਬਲਿਕ ਨੂੰ, ਸ਼ਰਾਬਾਂ ਜਿਹੜੀਆਂ ਵੰਡੀਆਂ ਜਾਂਦੀਆਂ ਨੇ, ਪੈਸਾ ਵੰਡਿਆ ਜਾਂਦਾ, ਹੋਰ ਵੀ ਲਾਲਚ ਦਿੱਤੇ ਜਾਂਦੇ ਨੇ। ਇੱਥੇ ਇਹ ਲੱਗਦਾ ਕਿ ਇਹਨਾਂ ਪੈਸਾ ਜਿਹੜਾ ਵਾ ਇੱਕ ਐਮਐਲਏ ਨੂੰ ਮਿਲਦਾ, ਉਹਨੂੰ ਸਾਰੀ ਜ਼ਿੰਦਗੀ ਕਮਾਉਣ ਦੀ ਲੋੜ ਨਹੀਂ ਪੈਂਦੀ। ਕਿਉਂਕਿ ਵੱਡੀ ਗੱਲ ਹੁੰਦੀ ਆ ਕਿ ਤੁਹਾਡਾ ਪੈਸਾ ਕੱਟ ਹੁੰਦਾ, ਸਾਨੂੰ ਮੁਲਾਜ਼ਮਾਂ ਨੂੰ, ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਫਿਕਰ ਹੁੰਦਾ ਕਿ ਸਾਡਾ ਇੰਨਾ ਟੈਕਸ ਕੱਟ ਹੋਣਾ, ਇੰਨੀ ਸਾਨੂੰ ਸੈਲਰੀ ਆਉਣੀ ਆ। ਸਰਕਾਰ ਇੱਥੇ ਕੁਝ ਦਿਨਾਂ ਤੋਂ ਪਿੱਛੇ ਜਿਹੜਾ ਰੌਲਾ ਪੈ ਰਿਹਾ, ਉਹਨਾਂ ਤਨਖਾਹਾਂ ਦੇ ਵਿੱਚ ਕਟੌਤੀ ਕਰ ਰਹੀ ਆ ਜਿਹੜੀ ਉਹਨਾਂ ਨੂੰ 1 ਮਹੀਨਾ ਪੂਰਾ ਕੰਮ ਕਰਕੇ ਮਿਲਣੀ ਆ। ਕਹਿੰਦੇ ਉਹਦੇ ਜੀ ਕਰੋਨਾ ਦੇ ਕਰਕੇ, ਕਰੋਨਾ ਸੰਕਟ ਦੌਰਾਨ ਉਹਨਾਂ ਤਨਖਾਹਾਂ ਦੇ ਵਿੱਚ ਕਟੌਤੀ ਹੋਊਗੀ।
ਪਰ ਦੇਖਿਆ ਜਾਵੇ ਤਾਂ ਸਾਡੇ 117 ਐਮਐਲਏ ਨੇ। ਜੇ ਇੱਕ ਐਮਐਲਏ ਇੱਥੇ ਜ਼ਿਕਰਯੋਗ ਆ, ਤੁਹਾਡੇ ਵੀ ਦਰਸ਼ਕਾਂ ਨੂੰ ਅਸੀਂ ਜਾਣਕਾਰੀ ਹੋਊਗੀ ਕਿ ਕੋਈ ਵੀ ਐਮਐਲਏ ਇੰਨਾ ਗਰੀਬ ਨਹੀਂ ਕਿ ਉਹਦੇ ਘਰੇ ਰੋਟੀ ਨਹੀਂ ਪੱਕਦੀ ਹੋਊ। ਮੈਂ ਇੱਥੇ ਵੀ ਤੁਹਾਨੂੰ ਤਿਲੋਚਨ ਰੋਕਣਾ ਚਾਹੂੰਗਾ ਜੀ। ਗਰੀਬੀ ਦੀ ਗੱਲ ਆਈ ਆ ਜੀ ਜੀ ਜੀ। ਪੰਜਾਬ ਦੇ ਤਕਰੀਬਨ 60% ਤੋਂ ਵੱਧ ਜਿਹੜੇ ਐਮਐਲਏ ਨੇ ਜੀ ਉਹ ਕਰੋੜਪਤੀ ਨੇ। ਓਕੇ। ਉਹਦੀ ਇੱਕ ਡਾਟਾ ਐਨਾਲਿਸਿਸ ਦੀ ਰਿਪੋਰਟ ਮੇਰੇ ਕੋਲ ਹੈਗੀ ਆ ਜੀ। ਉਹ ਆਪਾਂ ਜਦੋਂ ਬੈਠਾਂਗੇ ਉਹ ਵੀ ਡਿਸਕਸ਼ਨ ਕਰਾਂਗੇ ਜੀ। ਔਰ ਤੁਹਾਨੂੰ ਮੈਂ ਇਹ ਵੀ ਦੱਸੂਗਾ ਕਿਹੜੀ ਪਾਰਟੀ ਦੇ ਕਿੰਨੇ ਐਮਐਲਏ ਕਰੋੜਪਤੀ ਨੇ, ਬਕਾਇਦਾ ਉਹਨਾਂ ਦੀ ਰੇਟ ਲਿਸਟ ਦੇ ਨਾਲ ਜੋ ਉਹਨਾਂ ਨੇ ਆਈਟੀਆਰ ਭਰੀਆਂ ਨੇ ਉਹਦੇ ਅਕੋਰਡਿੰਗ। ਜਦੋਂ ਇਲੈਕਸ਼ਨ ਦੇ ਟਾਈਮ ਕਾਲਮ ਵੀ ਭਰਦੇ ਆ ਵੀ ਸਾਡੇ ਕੋਲ ਇੰਨੇ ਕਰੋੜ ਦੀ ਪ੍ਰਾਪਰਟੀ ਹੈਗੀ ਆ, ਉਸ ਵੇਲੇ ਜਿਹੜੇ ਕਿੰਨੇ ਅਮੀਰ ਮਤਲਬ 5-7 ਐਮਐਲਏ ਤਾਂ ਇਦਾਂ ਦੇ ਆ ਜਿਹੜੇ ਅਰਬਪਤੀ ਨੇ, ਕਰੋੜਪਤੀ ਪੰਜਾਬ ਦੇ ਜੀ, ਪੰਜਾਬ ਦੇ, ਜਿਨ੍ਹਾਂ ਦੀ ਆਮਦਨ ਜਿਹੜੀ ਆ ਉਹ ਤਕਰੀਬਨ 100 ਕਰੋੜ ਤੋਂ ਉੱਪਰ ਦੀ ਨੇ, ਪਰ ਕਰ ਸੇਵਾ ਰਹੇ ਨੇ। ਮੇਰੀ ਇੱਥੇ ਇੱਕ ਸੋਚਣ ਵਾਲੀ ਗੱਲ ਆ ਜੀ ਕਿ 80% 70% ਐਮਐਲਏ ਕਰੋੜਪਤੀ ਨੇ ਜੀ, ਬਾਕੀ ਲੱਖਪਤੀ ਨੇ। ਜੀ ਜੀ ਜੀ। ਇੱਥੇ ਹਜ਼ਾਰਾਂ ਵਾਲਾ ਕੋਈ ਨਹੀਂ ਹੈਗਾ, ਹਜ਼ਾਰਾਂ ਵਾਲਾ ਕੋਈ ਨਹੀਂ ਜੀ। ਤੇ ਉਹਨਾਂ ਨੂੰ ਇਹਨਾਂ ਭੱਤਿਆਂ ਦੀ ਕੀ ਲੋੜ ਆ? ਜਦੋਂ ਤੁਸੀਂ ਕਹਿ ਰਹੇ ਹੋ ਇੱਕ ਟੈਲੀਫੋਨ ਜਿਹੜਾ ਖਰਚਾ ਮਿਲਦਾ ਟੈਲੀਫੋਨ ਦਾ, ਤੁਸੀਂ 15,000 ਰੁਪਏ ਦੱਸਿਆ ਨਾ ਜੀ। ਜਦੋਂ ਇੱਕ ਆਮ ਪਬਲਿਕ ਨੂੰ ਜੀਓ ਦਾ ਸਿਮ ਮਿਲਦਾ ਜਿਹਦੇ ਵਿੱਚ 3 ਮਹੀਨੇ ਦੀ ਕਾਲਿੰਗ ਮਿਲਦੀ ਆ, ਅਨਲਿਮਿਟਡ ਡਾਟਾ ਮਿਲਦਾ, 500-700 ਮੰਨ ਲਓ ਮੈਕਸਿਮਮ 700 ਰੁਪਏ ਲਾ ਲਓ ਜੀ, ਏਅਰਟੈਲ ਤੁਸੀਂ ਸਾਰੇ ਪਾ ਲਓ ਜੀ ਭਾਵੇਂ। ਜੇ 700 ਰੁਪਏ ਦੇ ਵਿੱਚ ਉਹਨਾਂ ਨੂੰ ਅਨਲਿਮਿਟਡ ਕਾਲਿੰਗ, ਅਨਲਿਮਿਟਡ ਇੰਟਰਨੈਟ ਡਾਟਾ ਮਿਲ ਸਕਦਾ ਤਾਂ ਫਿਰ ਇੱਕ ਐਮਐਲਏ ਨੂੰ 15,000 ਦੇਣ ਦੀ ਕੀ ਲੋੜ ਆ ਜੀ? ਤੁਹਾਡੇ ਚੈਨਲ ਨੇ ਉਹ ਵੀਡੀਓ ਚਲਾਈ ਸੀ, ਲੋਕਾਂ ਨੇ ਬੜਾ ਪਿਆਰ ਦਿੱਤਾ ਉਹਨੂੰ ਜੀ, ਜਦੋਂ ਆਪਾਂ ਇਸ ਗੱਲ ਨੂੰ ਰੱਖਿਆ ਸੀਗਾ, ਜਦੋਂ ਇਹਨਾਂ ਨੇ ਭੱਤਿਆਂ ਦੇ ਵਿੱਚ ਕਟੌਤੀ ਕੀਤੀ ਸੀਗੀ ਜੀ। ਦੇਖੋ ਕਲਾਸ 1 ਤੋਂ ਲੈ ਕੇ 4 ਤੱਕ ਦੇ ਦਰਜਾ ਜਿਹੜੇ ਮੁਲਾਜ਼ਮ ਸੀਗੇ ਪੰਜਾਬ ਸਰਕਾਰ ਦੇ, ਉਹਨਾਂ ਦੇ ਇਹਨਾਂ ਨੇ ਮੋਬਾਈਲ ਭੱਤੇ ਦੇ ਵਿੱਚੋਂ 50% ਦੀ ਕਟੌਤੀ ਕੀਤੀ ਸੀਗੀ ਜੀ। ਠੀਕ ਹੈ, ਜਿਹੜਾ 500 ਰੁਪਏ ਵਾਲਾ ਸੀ ਉਹਨੂੰ 250 ਕਰ ਦਿੱਤਾ ਜੀ, ਜਿਹੜਾ 300 ਰੁਪਏ ਵਾਲਾ ਸੀ ਉਹ 150 ਕਰ ਦਿੱਤਾ, ਤੇ ਜਿਹੜਾ 200 ਰੁਪਏ ਵਾਲਾ ਸੀ ਉਹ 125 ਰੁਪਏ ਕਰ ਦਿੱਤਾ। ਮੈਂ ਇਹੀ ਕਹਿਣ ਲੱਗਿਆ ਸੀਗਾ ਵੀ ਸਰ ਇਹਨਾਂ ਲੋਕਾਂ ਦੇ ਵਿਚਾਰਿਆਂ ਦੇ ਪੈਸਿਆਂ ਦੇ ਵਿੱਚੋਂ ਕਟੌਤੀ ਕੀਤੀ ਜਾਂਦੀ ਹੈ। ਜਿਹੜੇ ਮੁਲਾਜ਼ਮ ਬਕਾਇਦਾ ਗਰਾਊਂਡ ਜ਼ੀਰੋ ਤੇ ਕੰਮ ਵੀ ਕਰਦੇ ਨੇ, ਪਬਲਿਕ ਦੇ ਨਾਲ ਡੀਲਿੰਗ ਵੀ ਕਰਦੇ ਨੇ ਜੀ। ਇਹ 117 ਐਮਐਲਏ ਨੇ ਜੀ, 117 ਐਮਐਲਏਆਂ ਦਾ ਇੱਕ ਮਹੀਨੇ ਦੇ ਵਿੱਚ ਇੱਕ ਮਹੀਨੇ ਦਾ ਖਰਚਾ ਇਹ ਨਾ ਦਿੱਤਾ ਜਾਵੇ, ਜਿਹੜਾ ਮੰਨ ਲਓ ਜ਼ਿਆਦਾ ਤੋਂ ਜ਼ਿਆਦਾ ਘੱਟ ਤੋਂ ਘੱਟ 1 ਲੱਖ ਰੁਪਇਆ ਲਾ ਲਓ ਜੀ। ਜੇ 117 ਐਮਐਲਏਆਂ ਨੂੰ ਲੱਖ ਰੁਪਏ ਇੱਕ ਮਹੀਨੇ ਦਾ ਨਹੀਂ ਦਿੱਤਾ ਜਾਊ ਤਾਂ 117 ਲੱਖ ਰੁਪਈਆ ਬਣਦਾ, ਜਿਹਦੇ ਨਾਲ ਕਰੋਨਾ ਦਾ ਜਿਹੜਾ ਸੰਕਟ ਆ ਬਹੁਤ ਕਵਰ ਕੀਤਾ ਜਾ ਸਕਦਾ। ਸਰ ਮੈਂ ਇੱਕ ਬਰੀਫ ਕੀਤੀ ਸੀਗੀ ਜੀ, ਉਹ ਮੈਂ ਕੈਲਕੂਲੇਸ਼ਨ ਤੁਹਾਡੇ ਚੈਨਲ ਤੇ ਦੱਸੀ ਸੀ ਕਿ ਕੱਲਾ ਫੋਨ ਪੱਤਾ ਜੀ ਜੇ ਇੱਕ ਐਮਐਲਏ ਦੇ 98% ਘਟਾ ਦਿੱਤਾ ਜਾਵੇ ਜੀ, ਕੱਲਾ ਫੋਨ ਪੱਤਾ ਜਿਹੜਾ 15,000 ਰੁਪਏ ਮਹੀਨਾ ਮਿਲਦਾ, ਬਿਲਕੁਲ, ਤਾਂ ਸਰਕਾਰ ਨੂੰ ਸਾਲ ਦਾ 2 ਕਰੋੜ 7 ਲੱਖ ਰੁਪਇਆ ਬਚਦਾ ਆ ਸਿਰਫ ਐਮਐਲਏ ਦਾ ਟੈਲੀਫੋਨ ਭੱਤੇ ਦਾ ਕਟੌਤੀ ਤੇ 98% ਜੀ। ਜੇ ਆਪਾਂ ਕਟੌਤੀ ਕਰਦੇ ਆ ਕੱਲੇ ਫੋਨ ਭੱਤੇ ਦੇ ਵਿੱਚ ਇੱਕ ਐਮਐਲਏ ਦੇ, ਤਾਂ 117 ਐਮਐਲਏ ਦਾ ਪੰਜਾਬ ਸਰਕਾਰ ਨੂੰ ਇੱਕ ਸਾਲ ਦਾ 2 ਕਰੋੜ 7 ਲੱਖ ਰੁਪਇਆ ਬਚਦਾ ਆ। ਫੇਰ ਸਰ ਇਹ ਕਿਉਂ ਨਹੀਂ ਕੀਤੀ ਜਾਂਦੀ? ਆਮ ਜਨਤਾ ਜਾਂ ਆਮ ਪਬਲਿਕ ਨੂੰ ਕਿਉਂ ਤੰਗ ਕੀਤਾ ਜਾਂਦਾ? ਇਸ ਕਰਕੇ ਨਹੀਂ। ਤੁਸੀਂ ਮੈਂ ਹੁਣੇ ਗੱਲ, ਤੁਸੀਂ ਇੱਕ ਗੱਲ ਕਰ ਰਹੇ ਸੀ ਐਮਐਲਏਜ਼ ਦੀ, ਮੈਨੂੰ ਇੱਕ ਗੱਲ ਦੱਸੋ, ਇਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਜੀ, ਬੈਂਸ ਬ੍ਰਦਰ ਸਾਹਿਬ ਉਹਨਾਂ ਦੀ ਪਾਰਟੀ ਨੇ, ਖੈਰਾ ਸਾਹਿਬ ਚਲੋ ਵੱਖ ਹੋ ਗਏ, ਉਹਨਾਂ ਦੀ ਵੀ ਇੱਕ ਪਾਰਟੀ ਆ, ਅਕਾਲੀ ਦਲ, ਬੀਜੇਪੀ, ਕਾਂਗਰਸ ਤੇ ਹੈਗੀ ਨੇ, ਔਰ ਕੁਝ ਆਜ਼ਾਦ ਵੀ ਹੋਣੇ ਨੇ ਜੀ, ਬਿਲਕੁਲ। ਇਹ ਸਾਰੇ ਆਪਣੇ ਆਪ ਨੂੰ ਜਨਤਾ ਦਾ ਹਿਤੈਸ਼ੀ ਦੱਸਦੇ ਨੇ ਜੀ, ਪਰ ਕਿਸੇ ਨੇ ਵੀ ਕੀ ਇਹ ਗੱਲ ਕਿਸੇ ਦੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ? ਪਰ ਉਹ ਤਾਂ ਹਜੇ ਵੀ ਕਹੀ ਜਾਂਦੇ ਨੇ, ਕਹਿੰਦੇ ਅਸੀਂ ਤਾਂ ਸੇਵਾ ਕਰਦੇ ਆ ਜੀ। ਇਹ ਸੇਵਾ ਤੁਹਾਡੇ ਸਾਹਮਣੇ ਆ ਜੀ। ਇਹ ਸੇਵਾ ਕਿਹੜੀ ਸੇਵਾ ਮੈਨੂੰ ਦੱਸ ਦਿਓ ਜੀ। ਇਹ ਸੇਵਾ ਤੁਹਾਡੇ ਸਾਹਮਣੇ ਆ ਜੀ। ਇੱਕ ਵੀ ਐਮਐਲਏ ਨੇ ਕਿਹਾ ਕਿ ਬਈ ਮੈਂ ਇਹ ਪਤਾ ਨਹੀਂ ਲੈਣਾ, ਇਹ ਪੰਜਾਬ ਸਰਕਾਰ ਦਾ ਲੁੱਟ ਖੁਸਕੁੱਟ ਆ, ਆਮ ਜਨਤਾ ਦੀ ਜੇਬ ਤੇ ਡਾਕਾ ਆ, ਅਸੀਂ ਇਹ ਨਹੀਂ ਲੈਣਾ। ਫਿਰ ਸਭ ਤੋਂ ਵੱਡੀ ਗੱਲ, ਮੈਂ ਕਹਿੰਦਾ ਸੈਲਰੀ ਲੈਣਾ ਹੱਕ ਆ, ਕਿਉਂਕਿ ਚਲੋ ਬੰਦਾ ਕੰਮ ਕਰਦਾ, ਸੈਲਰੀ ਮਿਲਣੀ ਚਾਹੀਦੀ ਹੈ, ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਪਰ ਫਿਰ ਐਕਸਟਰਾ ਭੱਤੇ ਕਿਉਂ ਦਿੱਤੇ ਜਾਂਦੇ? ਪਰ ਜੇ ਤੁਸੀਂ ਕਹਿੰਦੇ ਕਰੋੜਾਂਪਤੀ ਹੈਗੇ ਨੇ ਜੀ ਐਮਐਲਏ, 60-70% ਕਰੋੜਾਂਪਤੀ ਨੇ, ਤੇ ਜੇ ਇੱਕ ਮਹੀਨੇ ਦਾ ਨਹੀਂ ਲੈਣਗੇ ਸਰ ਕੀ ਹੋ ਜਾਊਗਾ? ਭੱਤੇ ਨਹੀਂ ਲੈਣਗੇ ਮੇਰੇ ਖਿਆਲ ਨਾਲ ਉਹਨੂੰ ਮੌਤ ਪੈ ਜਾਊਗੀ। ਤੁਸੀਂ ਕਦੀ ਨੋਟ, ਤੁਹਾਨੂੰ ਯਾਦ ਆਉਂਦਾ ਕਦੀ ਕੋਈ ਐਮਐਲਏ ਧਰਨੇ ਤੇ ਬੈਠਿਆ ਹੋਵੇ ਕਿ ਮੇਰੀ ਸੈਲਰੀ ਨਹੀਂ ਆਈ? ਨਹੀਂ ਬੈਠਿਆ ਜੀ। ਇੱਥੇ ਵਿਧਵਾ ਪੈਨਸ਼ਨ ਨਹੀਂ ਮਿਲ ਰਹੀ, ਲੋਕ ਤਾਂ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ, ਬੇਰੋਜ਼ਗਾਰੀ ਭੱਤਾ ਨਹੀਂ ਮਿਲ ਰਿਹਾ, ਇੱਥੋਂ ਤੱਕ ਸ਼ਗਨ ਫਾਹੇ ਲੈਂਦੇ ਆ ਜੀ, ਸਾਡਾ ਉਹਨਾਂ ਦਾ ਪੈਸਾ ਨਹੀਂ ਮਿਲ ਰਿਹਾ ਸ਼ਗਨ ਸਕੀਮਾਂ ਜਿਹੜੀਆਂ ਨੇ, ਉਸ ਤੋਂ ਇਲਾਵਾ ਕੋਈ ਟੈਂਡਰ ਰੁਕੇ ਹੋਏ ਨੇ, ਹਰ ਪਾਸੇ ਪੈਸਿਆਂ ਦੀ ਹਾਹਾਕਾਰ ਮਚੀ ਹੋਈ ਹੈ ਪੰਜਾਬ ਸਰਕਾਰ ਵੱਲੋਂ। ਪਰ ਤੁਸੀਂ ਮੈਨੂੰ ਇਹ ਦੱਸੋ, ਕਦੀ ਕੋਈ ਪੂਰਵ ਐਮਐਲਏ ਐਕਸ ਮਿਨਿਸਟਰ ਕਦੀ ਧਰਨੇ ਤੇ ਬੈਠਿਆ ਤੁਹਾਨੂੰ ਯਾਦ ਆਉਂਦਾ? ਇਹਦਾ ਮਤਲਬ ਸਰ ਇਹਨਾਂ ਦਾ ਕਦੇ ਨਹੀਂ ਲੇਟ ਹੋਇਆ, ਇਹਨਾਂ ਨੂੰ ਮਿਲਦਾ ਰਹਿੰਦਾ ਸਰ, ਹਮੇਸ਼ਾ ਟਾਈਮ, ਸ਼ਾਇਦ ਟਾਈਮ ਤੋਂ ਪਹਿਲਾਂ ਮਿਲਦਾ ਹੋਊ, ਲੇਟ ਨਹੀਂ ਕਦੀ ਇਹਨਾਂ ਦਾ ਹੁੰਦਾ ਹੋਊ। ਤੇ ਜਿਹੜੀ ਤੁਸੀਂ ਕਰੋੜਾਂਪਤੀ ਦੀ ਗੱਲ ਕੀਤੀ ਆ, ਜੇ ਐਮਐਲਏ ਕਰੋੜਾਂਪਤੀ ਹੈਗੇ ਨੇ ਜੀ, ਫਿਰ ਇਲਾਜ ਦਾ ਪੈਸਾ ਸਰਕਾਰ ਦੇ ਖਾਤੇ 'ਚ ਕਿਉਂ ਲੈਂਦੇ ਨੇ ਜੀ?
ਸਰ ਇਹੀ ਤੇ ਦੇਖੋ ਨਾ, ਇਹਦੇ ਵਿੱਚ ਇਹੀ ਤੇ ਮੇਰਾ ਰੋਲਾ ਆ ਕਿ ਇਹੀ ਗੱਲ ਹੁਣ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਫੈਸਿਲਿਟੀਆਂ ਦਿਓ, ਫੈਸਿਲਿਟੀਆਂ ਦੇ ਨਾਮ ਤੇ ਦੱਸੋ ਵੀ ਕਿਉਂ ਦਿੱਤੀ ਜਾ ਰਹੀ ਨੇ। ਹੁਣ ਇਹਨਾਂ ਨੇ ਕਿਹਾ ਜੀ 1000 ਰੁਪਇਆ ਪੋਸਟਲ ਫੈਸਿਲਿਟੀ ਜੀ, ਠੀਕ ਹੈ, ਮੈਨੂੰ ਸੌਰੀ 25000 ਰੁਪਇਆ ਪੋਸਟਲ ਫੈਸਿਲਿਟੀ। ਤੁਸੀਂ ਮੈਨੂੰ ਦੱਸੋ ਅੱਜ ਦੇ ਈਮੇਲ ਦੇ ਜ਼ਮਾਨੇ ਦੇ ਵਿੱਚ, WhatsApp ਦੇ ਜ਼ਮਾਨੇ ਵਿੱਚ ਕੌਣ ਚਿੱਠੀਆਂ ਲਿਖਦਾ, ਕਿਹੜੀਆਂ ਚਿੱਠੀਆਂ ਲਿਖ ਰਹੇ ਨੇ, ਔਰ ਮੈਂ ਕਹਿੰਦਾ ਲਿਖਦੇ ਆ ਤੇ 25000 ਰੁਪਇਆ। ਬਿਲਕੁਲ ਇਹ ਸੋਚਣ ਵਾਲੀ ਗੱਲ ਆ, ਇਹ ਜੇਬ ਤੇ ਸ਼ਰੇਆਮ ਡਾਕਾ ਆ ਪੰਜਾਬ ਸਰਕਾਰ ਦਾ। ਪੰਜਾਬ ਸਰਕਾਰ। ਔਰ ਸਭ ਤੋਂ ਵੱਡੀ ਗੱਲ, ਇਹ ਕੱਲੀ ਕਾਂਗਰਸ ਬੀਜੇਪੀ ਨਹੀਂ ਭਾਈ ਸਾਹਿਬ, ਇਹ ਸਭ ਰਲੇ ਹੋਏ ਨੇ, ਇਹ ਕੁੱਤੀ ਚੋਰਾਂ ਨਾਲ ਰਲੀ ਹੋਈ ਆ। ਇਹ ਸਾਰੇ ਇੱਕੋ ਜਿਹੇ ਨੇ, ਇਹਨਾਂ ਚੋਂ ਤੁਸੀਂ ਕਿਸੇ ਨੂੰ ਵੱਖ ਨਹੀਂ ਕਰ ਸਕਦੇ। ਔਰ ਕਦੀ ਨੋਟ ਕਰਿਓ, ਜਦੋਂ ਇਹ ਇਲੈਕਸ਼ਨ ਤੋਂ ਪਹਿਲਾਂ ਜਾਂ ਜਿਹੜਾ ਬੰਦਾ ਕਦੀ ਐਮਐਲਏ ਨਹੀਂ ਬਣਿਆ, ਉਹ ਪਹਿਲਾਂ ਤੇ ਬੜਾ ਕੁਝ ਬੋਲਦਾ ਆ ਜੀ, ਉਹ ਜਦੋਂ ਇੱਕ ਵਾਰੀ ਬਣ ਜਾਂਦਾ ਆ ਉਸ ਤੋਂ ਬਾਅਦ ਉਹਦੀ ਬੋਲਤੀ ਬੰਦ ਹੋ ਜਾਂਦੀ। ਸੌਹਾਂ ਵੀ ਖਾਧੀਆਂ ਜਾਂਦੀਆਂ ਕਈ ਵਾਰੀ, ਤਾਂ ਇਹ ਸੋਚਣ ਵਾਲੀ ਸੌਹਾਂ ਵੀ ਖਾਧੀਆਂ ਜਾਂਦੀਆਂ ਕਿ ਅਸੀਂ ਐਂ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਕੁਝ ਨਹੀਂ, ਸੋਹਾਂ ਤੇ ਹੁਣ ਕੈਪਟਨ ਸਾਹਿਬ ਦੀ ਦੇਖ ਹੀ ਲਓ ਜੀ ਤੁਸੀਂ। ਤੇ ਅੱਛਾ ਫਿਰ ਇਹ ਦੱਸੋ ਸਰ, ਜੇ ਸੌਹਾਂ ਖਾ ਕੇ ਵੀ ਕੀਤਾ ਨਹੀਂ ਜਾਂਦਾ, ਕਿ ਪਬਲਿਕ ਹੀ ਇੰਨੀ ਅਣਗੌਲਿਆਂ ਕਰ ਦਿੰਦੀ ਆ, ਜਾਂ ਪਬਲਿਕ ਇੰਨੀ ਮੂਰਖ ਆ ਜੀ ਜਿਹੜੀ ਦੁਬਾਰਾ ਫਿਰ ਇਹਨਾਂ ਨੂੰ ਸੱਤਾ ਦੇ ਵਿੱਚ ਲਿਆ ਦਿੰਦੀ ਆ? ਬਿਲਕੁਲ ਸਰ, ਮੈਂ ਤੇ ਇਹੀ ਕਹੂੰਗਾ, ਮੈਨੂੰ ਇਹ ਗੱਲ ਕਹਿਣ ਤੇ ਕੋਈ ਗੁਰੇਜ਼ ਨਹੀਂ ਹੈ ਜੀ। ਸਾਡੀ ਪਬਲਿਕ ਐਕਚੁਅਲੀ 99 ਦੇ ਚੱਕਰਾਂ 'ਚ ਪਈ ਹੋਈ ਆ। ਓਕੇ, ਇਹ ਨਾ ਤੇ ਪੂਰੀ ਪਰਮਾਰਥੀ ਹੈ ਜੀ, ਨਾ ਇਹ ਪੂਰੀ ਸਵਾਰਥੀ ਹੈ ਜੀ। ਇਹ ਸਿਰਫ ਆਪਣੇ ਰੋਜ਼ਮर्रा ਦੀ ਜ਼ਿੰਦਗੀ 'ਚ ਇੰਨੀ ਕੁ ਜ਼ਿਆਦਾ ਬਿਜ਼ੀ ਆ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਸਿਰਫ ਪੂਰੇ ਮੁਲਕ ਨੂੰ ਜਾਂ ਪੂਰੇ ਸੂਬੇ ਨੂੰ ਸਿਰਫ ਉਹੀ 5 10 20 ਲੋਕ ਨੇ ਜਿਹੜੇ ਹਰ ਵਾਰ ਚਲਾਉਂਦੇ ਨੇ। ਤੇ ਸਾਡੇ ਲੋਕਾਂ ਨੂੰ ਜਿੱਥੇ ਤੱਕ ਮੈਨੂੰ ਲੱਗਦਾ ਸਰ, ਆਪਣੇ ਸਾਡੇ ਲੋਕਾਂ ਤਾਂ ਵਿਚਾਰਿਆਂ ਨੂੰ ਆਟੇ ਦਾਲ ਤੱਕ ਹੀ ਸੀਮਿਤ ਕਰਕੇ ਰੱਖਦਾ, ਉਹਨਾਂ ਨੂੰ ਲੱਗਦਾ ਕਿ ਆਹੀ ਮਿਲ ਜਵੇ ਬਹੁਤ। ਸਰ ਮੈਂ ਇਹ ਸਮਝਦਾ ਪਾਲਿਸੀ ਆ, ਪਾਲਿਸੀ ਹੈ, ਇਹ ਪਾਲਿਸੀ ਹੈ। ਮੈਂ ਇਹਦੇ ਤੇ ਐਨਾਲਾਈਜ਼ ਕੀਤਾ। ਦੇਖੋ, ਗੋਰਿਆਂ ਦੀ ਪਾਲਿਸੀ ਸੀਗੀ ਫੁੱਟ ਪਾਓ ਤੇ ਰਾਜ ਕਰੋ ਜੀ। ਇਹਨਾਂ ਦੀ ਪਾਲਿਸੀ ਆ ਕਿ ਇਹਨਾਂ ਨੂੰ ਗਰਾਊਂਡ ਲੈਵਲ ਤੇ ਇੰਨੇ ਕੋਲ ਜਾ ਦਿਓ ਕਿ ਇਹਨਾਂ ਸਾਡੇ ਤੱਕ, ਸਾਡੇ ਗਿਰੇਬਾਨਾਂ ਤੱਕ ਇਹਨਾਂ ਦੇ ਹੱਥ ਪਹੁੰਚਣ ਹੀ ਨਾ। ਇੱਥੇ ਮੈਨੂੰ ਇੱਕ ਨਾ ਗੱਲ ਯਾਦ ਆਉਂਦੀ ਆ ਸਰ, ਇੱਕ ਵਾਰ ਹਿਟਲਰ, ਜਿਹੜਾ ਤੁਸੀਂ ਹਿਟਲਰ ਨਾਮ ਸੁਣਿਆ ਹੋਊਗਾ, ਹਿਟਲਰ ਨੇ ਕੀ ਕੀਤਾ, ਆਪਦੀ ਕੈਬਨਿਟ ਦੀ ਮੀਟਿੰਗ ਬੁਲਾਈ। ਕੈਬਨਿਟ ਦੀ ਮੀਟਿੰਗ ਦੇ ਵਿੱਚ ਉਸ ਦਿਨ ਉਹ ਮੁੱਦਾ ਚੱਲਣਾ ਸੀ ਕਿ ਜਨਤਾ ਵਾ ਜਿਹੜੀ ਉਹ ਰੌਲਾ ਪਾ ਰਹੀ ਆ ਆਪਦੇ ਹੱਕਾਂ ਦੀ ਖਾਤਰ। ਜੇ ਉਹ ਇੱਕ ਮੁਰਗਾ ਲੈ ਕੇ ਆਇਆ ਜੀ, ਉਹਨੇ ਮੁਰਗਾ ਟੇਬਲ ਦੇ ਉੱਤੇ ਬਿਲਕੁਲ ਛਿੱਲਤਾ ਜੀ। ਮੁਰਗਾ ਤੜਫ ਰਿਹਾ ਸੀਗਾ। ਤੜਫਣ ਤੋਂ ਬਾਅਦ ਉਹ ਸਾਰੇ ਦੇਖ ਰਹੇ ਸੀ ਮੰਤਰੀ ਉਹਦੇ ਵੱਲ ਕਿ ਮੁਰਗੇ ਨੂੰ ਇੰਨੀ ਜ਼ਾਲਮ ਤਰੀਕੇ ਨਾਲ ਉਹਨੇ ਛਿੱਲਤਾ ਕਿ ਹੁਣ ਉਹ ਮੁਰਗਾ ਤੜਫ ਰਿਹਾ। ਉਹਨੇ ਟੇਬਲ ਤੇ ਰੱਖ ਕੇ ਕੁਝ ਦਾਣੇ ਜਿਹੜੇ ਨੇ ਉਹ ਮੁਰਗੇ ਦੇ ਮੂਹਰੇ ਰੱਖਤੇ। ਮੁਰਗਾ ਸਾਰਾ ਦੁੱਖ ਦਰਦ ਭੁੱਲ ਕੇ ਉਹ ਦਾਣੇ ਚੁਗਣ ਲੱਗ ਗਿਆ। ਉਹਨੇ ਉੱਥੇ ਐਗਜ਼ਾਮਪਲ ਦਿੱਤੀ ਆਪਦੇ ਮੰਤਰੀਆਂ ਨੂੰ ਕਿ ਜਨਤਾ ਨੂੰ ਇੰਨਾ ਕੁ ਛਿੱਲ ਦੋ ਕਿ ਉਹਨਾਂ ਨੂੰ ਆ 4 ਦਾਣੇ ਹੀ ਜਿਹੜੇ ਲੱਗਣ, ਉਹ ਇਹ ਲੱਗਣ ਕਿ ਆਹੀ ਸਾਨੂੰ ਸਾਡਾ ਬਹੁਤ ਕੁਝ ਮਿਲ ਗਿਆ ਜੀ। ਮੈਨੂੰ ਲੱਗਦਾ ਕਿ ਆਟਾ ਦਾਲ ਜਿਹੜੀਆਂ ਇਹ ਸਾਨੂੰ ਇੱਥੇ ਤੱਕ ਹੀ ਸੀਮਿਤ ਕਰਕੇ ਰੱਖਤਾ। ਮੈਂ ਕਹਿੰਦਾ ਜੀ ਉਹਨੇ 4 ਦਾਣੇ ਤੇ ਦਿੱਤੇ ਸੀਗੇ ਜੀ, ਇਹਨਾਂ ਨੇ ਉਹ 4 ਦਾਣੇ ਦੇਣੇ ਕੀ ਆ, ਉਹ ਪੱਲਿਓਂ ਲੈ ਜਾਣੇ ਆ। ਜਦੋਂ ਅਸੀਂ ਕਿਤੇ ਜਾ ਕੇ ਖੜਦੇ ਆ ਨਾ ਸਰ, ਮੀਡੀਆ ਜਾਂ ਕਿਤੇ ਖੜਦਾ ਜਾਂ ਕੋਈ ਕਿਸੇ ਮੰਤਰੀ ਦੇ ਅਸੀਂ ਕੋਈ ਗੱਲ ਕਰਨ ਜਾਂਦੇ ਆ ਤਾਂ ਸਾਡੇ ਕੋਲੇ ਵੀ ਲੋਕ ਆ ਜਾਂਦੇ ਨੇ ਜੀ, ਸਾਡਾ ਨੀਲਾ ਕਾਰਡ ਨਹੀਂ ਬਣਿਆ, ਸਾਡਾ। ਮੈਨੂੰ ਲੱਗਦਾ ਜੀ ਲੋਕ ਗਲੀਆਂ ਨਾਲੀਆਂ ਨੀਲੇ ਕਾਰਡਾਂ ਤੱਕ ਸੀਮਿਤ ਹੋ ਗਏ, ਇੱਥੋਂ ਤੱਕ ਸੀਮਿਤ ਨੇ। ਔਰ ਇਹਨਾਂ ਨੇ ਇੱਥੋਂ ਤੱਕ ਹੀ ਰਹਿਣਾ ਜੇ ਹਜੇ ਵੀ ਨਹੀਂ ਜਾ ਕੇ। ਦੇਖੋ, ਕਹਿੰਦੇ ਆ ਕਿ ਇਬਾਦਤ ਕਰ, ਇਬਾਦਤ ਦੇ ਨਾਲ ਗੱਲ ਬਣਦੀ ਹੈ ਜੀ। ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ ਬਣਦੀ ਹੈ ਜੀ। ਤੇ ਮੈਂ ਇੱਕ ਇਨਸਾਨ ਹੋਣ ਦੇ ਨਾਤੇ, ਇੱਕ ਆਪਣੇ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੈਨੂੰ ਲੱਗਾ ਕਿ ਇਹ ਚੀਜ਼ਾਂ ਲੋਕਾਂ ਤੱਕ ਆਉਣੀਆਂ ਚਾਹੀਦੀਆਂ ਨੇ। ਔਰ ਤੁਹਾਡੇ ਵਰਗੇ ਵੀਰਾਂ ਨੇ, ਇਸ ਚੈਨਲ ਨੇ ਸਾਥ ਦਿੱਤਾ ਤੇ ਲੋਕਾਂ ਤੱਕ ਪਹੁੰਚਣਗੇ ਵੀ ਹੈ। ਹੁਣ ਸਾਡਾ ਕੰਮ ਕੀ ਹੈ? ਹੁਣ ਸਾਡੀ ਡਿਊਟੀ ਇੱਥੇ ਖਤਮ ਹੁੰਦੀ ਆ ਕਿ ਅਸੀਂ ਤੁਹਾਡੇ ਤੱਕ ਪਹੁੰਚਾ ਦਿੱਤੀ। ਇਸ ਤੋਂ ਅੱਗੇ ਜਨਤਾ ਨੇ ਕਰਨਾ। ਇਸ ਤੋਂ ਅੱਗੇ ਤੁਸੀਂ ਆ ਵੀ ਜਦੋਂ ਲੀਡਰ ਤੁਹਾਡੇ ਕੋਲ ਵੋਟਾਂ ਮੰਗਣ ਆਉਂਦਾ ਆ, ਤੁਸੀਂ ਉਹਦੇ ਨਾਲ ਡੀਲ ਕਿੱਦਾਂ ਕਰਨੀ ਆ? ਪਹਿਲਾਂ ਤਾਂ ਉਹ ਤੋਂ ਪੁੱਛੋ। ਤੁਸੀਂ ਇੱਕ ਚੀਜ਼ ਨੋਟ ਕਰੋ, ਕਦੀ ਆਮ ਬੰਦਾ ਮੇਰੇ ਖਿਆਲ ਨਾਲ ਕਦੀ ਤੁਹਾਨੂੰ ਐਮਐਲਏ ਬਣਿਆ ਨਹੀਂ ਦਿਸੂਗਾ ਜੀ। ਨਹੀਂ ਬਣਦਾ। ਇਹ ਅਰਬਪਤੀ ਕਰੋੜਪਤੀ ਇਹਨਾਂ ਨੇ ਹੀ ਐਮਐਲਏ ਬਣਨਾ ਆ। ਔਰ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਰੋਲਾ ਪਾਉਣਾ ਕਿੰਨੇ ਆ? ਸਭ ਤੋਂ ਪਹਿਲਾਂ ਰੋਲਾ ਪਾਉਣਾ ਹੁੰਦਾ ਓਪੋਜੀਸ਼ਨ ਨੇ ਜੀ। ਜਿਹੜਾ ਲੀਡਰ ਆਫ ਆਪੋਜੀਸ਼ਨ ਹੁੰਦਾ ਆ, ਆਪਣੇ ਪੰਜਾਬ ਦੇ ਵਿੱਚ ਦੀ ਗੱਲ ਕਰ ਰਹੇ, ਵੈਸੇ ਸਾਰੇ ਪਾਸੇ ਇਹੀ ਆ, ਲੇਕਿਨ ਮੇਰੇ ਕੋਲ ਜੋ ਗੱਲ ਆ, ਲੀਡਰ ਆਫ ਆਪੋਜੀਸ਼ਨ ਆਫ ਪੰਜਾਬ ਸਟੇਟ ਅਸੈਂਬਲੀ, ਉਹਦੇ ਕੋਲ ਕੈਬਨਿਟ ਰੈਂਕ ਆ, ਉਹਨੂੰ ਇਸ ਤੋਂ ਵੱਧ ਫੈਸਿਲਿਟੀਆਂ ਮਿਲੀਆਂ ਹੋਈਆਂ ਨੇ ਜੀ। ਇੱਕ ਐਮਐਲਏ ਦੇ ਪੱਤੇ ਨਾਲੋਂ ਵੀ ਵੱਧ ਫੈਸਿਲਿਟੀਆਂ ਮਿਲਦੀਆਂ ਨੇ। ਤੁਹਾਡੀ ਗੱਲ ਮੈਂ ਵਿੱਚ ਟੋਕਣ ਲੱਗਿਆ ਸਰ, ਜਿਹੜਾ ਇੱਕ ਐਮਐਲਏ ਤੋਂ ਬਾਅਦ ਉਹ ਕੈਬਨਿਟ ਮੰਤਰੀ ਬਣਦਾ, ਉਹਨੂੰ ਹੋਰ ਵੀ ਪੱਤੇ ਮਿਲਦੇ ਆ? ਬਿਲਕੁਲ ਮਿਲਦੇ ਆ ਜੀ। ਉਹਨਾਂ ਨੂੰ ਜਿਹੜੀ ਸੈਲਰੀ ਉਹਦੀ ਵੱਧ ਜਾਂਦੀ ਹੈ। ਓਕੇ। ਉਹਦੇ ਸੈਲਰੀ ਦੇ ਵਿੱਚ 5-5 10-10 ਹਜ਼ਾਰ ਦਾ ਬਾਉਂਸ ਆ ਜਾਂਦਾ ਹੈ ਜੀ। ਇਸ ਦੇ ਵਿੱਚ ਸਭ ਤੋਂ ਵੱਧ ਸੈਲਰੀ ਜਿਹੜੀ ਸਪੀਕਰ ਸਾਹਿਬ ਦੀ ਹੈ ਤੇ ਉਸ ਤੋਂ ਵੱਧ ਮੁੱਖ ਮੰਤਰੀ ਸਾਹਿਬ ਇਹਨਾਂ ਦੀ ਹੈ। ਸਪੀਕਰ ਸਾਹਿਬ ਦੀ ਕਿੰਨੀ ਸੈਲਰੀ? ਸਪੀਕਰ ਸਾਹਿਬ ਦੀ ਸੈਲਰੀ ਜੀ ਇਹਨਾਂ ਦੇ ਵਿੱਚ ਹੈਗੀ ਆ ਜੀ, ਮੈਂ ਤੁਹਾਨੂੰ ਦੱਸ ਦਿੰਦਾ। ਸਪੀਕਰ ਸਾਹਿਬ ਦੀ ਸੈਲਰੀ ਹੈਗੀ ਹੈ ਜੀ 50,000 ਰੁਪਏ ਮਹੀਨਾ। ਓਕੇ। ਬਾਕੀ ਸਾਰਾ ਕੁਝ ਐਜ਼ ਇਟ ਇਜ਼, ਅਲਾਈਅੰਸ ਹੋਈ ਸਾਰੇ ਮਿਲਦਾ, ਇਲਾਜ ਜਿਹੜਾ ਇੱਥੇ ਨਾ ਸੈਲਰੀ ਡਬਲ ਹੋ ਗਈ ਆ, ਚਿੱਠੀ ਪੱਤਰ ਦਾ ਖਰਚਾ ਜਾਂ ਜਿਹੜਾ ਵੀ ਉਹ ਸਾਰਾ ਕੁਝ ਉਦਾਂ ਹੀ ਮਿਲਦਾ ਜੀ। ਇੱਥੇ ਮੈਂ ਦਰਸ਼ਕਾਂ ਨੂੰ ਬੜੇ ਹੀ ਚਿੰਤਾ ਮਨ ਨਾਲ ਕਹਿਣਾ ਚਾਹੁੰਦਾ ਕਿ ਤੁਹਾਡੀ ਇੱਕ ਵੋਟ ਆ ਜਿਹੜੀ ਉਹ ਬੜੀ ਕੀਮਤੀ ਹੁੰਦੀ ਆ। ਤੁਸੀਂ ਜਦੋਂ ਤੁਹਾਡੇ ਕੋਲੇ ਇੱਕ ਐਮਐਲਏ ਚੁਣ ਕੇ ਚਲੇ ਜਾਂਦਾ, ਤੁਹਾਡੇ ਨਾਲ ਵਾਅਦੇ ਕਰਕੇ ਜਾਂਦਾ, ਉਸ ਟਾਈਮ ਉਹ ਐਮਐਲਏ ਤੁਹਾਡੇ ਪੈਰ ਵੀ ਫੜਦੇ ਆ,
ਤੁਹਾਨੂੰ ਸ਼ਰਾਬਾਂ ਵੀ ਲੋਕਾਂ ਨੂੰ ਪਿਲਾਉਂਦੇ ਨੇ, ਉਹ ਹੋਰ ਵੀ ਬੜੇ ਲਾਲਚ ਦਿੱਤੇ ਜਾਂਦੇ ਨੇ ਜਦੋਂ ਉਹ ਇੱਕ ਐਮਐਲਏ ਨੇ ਵੋਟਾਂ ਲੈਣੀਆਂ ਹੁੰਦੀਆਂ। ਪਰ ਉਸ ਤੋਂ ਬਾਅਦ ਜਦੋਂ ਜਿੱਤ ਕੇ ਜਾਂਦੇ ਨੇ ਉਹ ਕੀ ਕੰਮ ਕਰਦੇ ਆ 5 ਸਾਲ ਦੇ ਵਿੱਚ, ਕੀ ਨਹੀਂ ਕਰਦੇ। ਜਦੋਂ ਤੁਹਾਡੇ ਕੋਲੇ ਕੋਈ ਐਮਐਲਏ ਦੁਬਾਰਾ ਆਉਂਦਾ ਤਾਂ ਤੁਸੀਂ ਪਬਲਿਕ ਆ ਜਿਹੜੀ ਆਮ ਜਨਤਾ ਉਹ ਜ਼ਰੂਰ ਪੁੱਛਿਆ ਕਰੋ ਕਿ ਤੁਸੀਂ ਸਾਡੇ ਨਾਲ ਇਹ ਵਾਅਦੇ ਕਰਕੇ ਗਏ ਸੀ। ਅੱਜ ਤੁਹਾਨੂੰ ਅਸੀਂ ਇਹਨਾਂ ਨੇ ਅਜੇ ਸ਼ਰਮਾ ਜੀ ਨੇ ਆਪਣੇ ਜਾਨ ਦਾ ਰਿਸਕ ਲੈ ਕੇ ਇਹ ਜਾਣਕਾਰੀਆਂ ਬੜੇ ਹੀ ਔਖੇ ਤਰੀਕੇ ਦੇ ਨਾਲ ਸਰਕਾਰ ਤੋਂ ਲਈਆਂ ਨੇ, ਕਿਉਂਕਿ ਸਰਕਾਰ ਆਪ ਦੀ ਕਮਜ਼ੋਰੀ ਆ ਜਿਹੜੀ ਉਹ ਕਦੇ ਵੀ ਪਬਲਿਕ ਨਹੀਂ ਕਰਦੀ ਹੁੰਦੀ ਕਿ ਕਿਉਂਕਿ ਕੱਲ ਨੂੰ ਜਨਤਾ ਉਹਨਾਂ ਨੂੰ ਇਸ ਚੀਜ਼ ਦੇ ਲਈ ਜਵਾਬ ਮੰਗੇਗੀ ਕਿ ਤੁਸੀਂ ਆਹ ਕੀਤਾ, ਤੁਸੀਂ ਆਹ ਕਿਹਾ ਸੀ। ਸਰ ਲਾਸਟ ਸਵਾਲ ਮੇਰਾ ਕਿ ਇਹ ਐਨਆਰਟੀਏ ਪਾਉਣ ਤੋਂ ਬਾਅਦ ਤੁਹਾਨੂੰ ਕੋਈ ਧਮਕੀਆਂ ਵਗੈਰਾ ਵੀ ਮਿਲਦੀਆਂ ਜੀ? ਸਰ ਮੇਰੇ ਖਿਆਲ ਨਾਲ ਰੋਜ਼ ਦੀ 2 ਆ ਹੀ ਜਾਂਦੀਆਂ ਨੇ, ਪਰ ਤੂੰ ਆਹ ਕੰਮ ਕਰਦਾ ਜੀ, ਮੈਨੂੰ ਬਾਹਰੋਂ ਵੀ ਆ ਰਹੀਆਂ ਨੇ। ਪਰ ਮੈਂ ਤੁਹਾਨੂੰ ਦੱਸਦਾ ਕਿ ਮੈਂ ਉਹ ਧਮਕੀਆਂ ਨੂੰ ਲੈ ਕੇ ਸ਼ਿਕਾਇਤ ਕਰਾਂ ਜੀ, ਤੇ ਫਿਰ ਮੈਨੂੰ ਓਬਵੀਅਸ ਉਹਨਾਂ ਨੇ ਵੱਧ ਤੋਂ ਵੱਧ ਪੰਜਾਬ ਪੁਲਿਸ ਨੇ ਸਿਕਿਉਰਿਟੀ ਦੇਣੀ ਆ ਜੀ। ਸਿਕਿਉਰਿਟੀ ਦੇ ਮਸਲੇ ਦੇ ਵਿੱਚ ਮੈਂ ਇਹਦੇ ਖਿਲਾਫ ਆ ਜੀ, ਕਿਉਂਕਿ ਸਿਕਿਉਰਿਟੀ ਜਿਹੜੀ ਆ ਉਹ ਇਸ ਤੋਂ ਵੀ ਵੱਡਾ ਬੇੜਾ ਕਰਕੇ ਆ। ਇੱਕ ਕਮਾਂਡੋ ਦੀ 50-60 ਹਜ਼ਾਰ ਲੱਖ ਦੇ ਨੀਅਰ ਅਬਾਊਟ ਸੈਲਰੀ ਆ ਜੀ। ਇੱਕ ਜਿਹੜਾ ਕਾਂਸਟੇਬਲ ਔਰ ਹੈੱਡ ਕਾਂਸਟੇਬਲ ਆ ਇਹਨਾਂ ਦੀ 40 ਤੋਂ ਲੈ ਕੇ 60 ਹਜ਼ਾਰ ਤੱਕ ਦੀ ਸੈਲਰੀ ਆ। ਅੱਜ ਕੱਲ ਤਾਂ ਟ੍ਰੈਂਡ ਹੀ ਬੜਾ ਚੱਲਿਆ ਹੈ, ਮਾੜਾ ਜਿਹਾ ਗਲਤ ਬੋਲ ਦੋ 4 ਗਨਮੈਨ ਲੈ ਲਓ ਜੀ, ਉਹ ਪੈਸਾ ਟੈਕਸ ਦਾ ਸਰਕਾਰ ਜਨਤਾ ਦਾ। ਉਹਦੇ ਵਿੱਚ ਕੀ ਆ ਕਿ ਉਹ ਜਦੋਂ ਇੱਕ ਬੰਦੇ ਨੂੰ ਇਸ ਟਾਈਮ ਮੰਨ ਲਓ ਪ੍ਰਤਾਪ ਸਿੰਘ ਬਾਜਵਾ ਦਾ ਹੁਣੇ ਸਿਕਿਉਰਿਟੀ ਵਾਲਾ ਰੌਲਾ ਬੜਾ ਚੱਲਣ ਡਿਆ, ਤੁਸੀਂ ਵੀ ਦੇਖਿਆ ਹੋਣਾ। ਬਿਲਕੁਲ ਜੀ। ਉਹ ਆਪ ਕਹਿੰਦੇ ਮੇਰੇ ਕੋਲ 40 ਗਨਮੈਨ ਨੇ, ਆਪਣੇ ਮੂੰਹੋਂ ਕਹਿੰਦੇ ਨੇ ਕਿ ਮੇਰੇ ਕੋਲ, ਉਹਨਾਂ ਨੂੰ ਜਾਖੜ ਸਾਹਿਬ ਨੂੰ ਦੱਸਿਆ ਵੀ 4 ਨਹੀਂ 40 ਨੇ ਮੇਰੇ ਕੋਲ। ਉਹ ਵੀਡੀਓ ਸ਼ਾਇਦ ਤੁਸੀਂ ਵੀ ਦੇਖੀ ਹੋਵੇ। ਬਿਲਕੁਲ ਜੀ। ਉਹ 40 ਗਨਮੈਨ, ਮੈਂ ਜ਼ਿਆਦਾ ਨਹੀਂ ਕਹਿੰਦਾ, ਤੁਸੀਂ ਲੱਖ ਵਾਲੇ ਵੀ ਛੱਡ ਦਿਓ, ਤੁਸੀਂ ਐਵਰੇਜ 60,000 ਫੜ ਲਓ ਜੀ, ਤੇ ਪਰ ਮਹੀਨਾ ਕਿੰਨਾ ਜਾਣ ਡਿਆ? 24 ਲੱਖ ਰੁਪਇਆ ਜੀ 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 24 ਲੱਖ ਰੁਪਇਆ ਪਰ ਮਹੀਨੇ ਕਿਹਦਾ ਜਾ ਰਿਹਾ? ਆਮ ਜਨਤਾ ਦਾ। ਤੇ ਜੈਡ ਸਿਕਿਉਰਿਟੀ ਦੇ ਵਿੱਚ ਘੱਟੋ ਘੱਟ 50 ਤੋਂ 60 ਬੰਦੇ ਜਿਹੜੇ ਨੇ ਹੁੰਦੇ ਨੇ, ਔਰ ਇਹ 8-8 ਘੰਟੇ ਬਾਅਦ ਬਦਲਦੇ ਰਹਿੰਦੇ ਨੇ। ਓਕੇ, ਮਤਲਬ ਜੇ ਕਾਗਜ਼ਾਂ ਦੇ ਵਿੱਚ ਤੁਹਾਨੂੰ 10 ਬੰਦੇ ਦਿੱਤੇ ਹੋਏ ਨੇ ਤੇ ਐਕਚੁਅਲ ਦੇ ਵਿੱਚ ਉਹ 15 ਜਾਂ 20 ਹੁੰਦੇ ਨੇ, ਕਿਉਂਕਿ ਉਹ ਸ਼ਿਫਟਾਂ ਦੇ ਵਿੱਚ ਹੁੰਦੇ ਨੇ, ਉਹ ਸਿਰਫ ਤੁਹਾਡਾ ਹੀ ਕੰਮ ਕਰਨਗੇ। ਤੇ ਜੇ ਮੈਂ ਇਸ ਚੀਜ਼ ਦੇ ਵਿਰੋਧ ਆ, ਤੇ ਜੇ ਮੈਂ ਆਪ ਗਨਮੈਨ ਸਿਕਿਉਰਿਟੀਆਂ ਲੈ ਕੇ ਬਹਿ ਗਿਆ, ਤੇ ਫਿਰ ਮੈਂ ਇਹਨਾਂ ਦੇ ਉੱਤੇ ਆਵਾਜ਼ ਕਿੱਦਾਂ ਚੁੱਕੂੰਗਾ? ਇਹਦੇ ਵਿੱਚ ਸਰ ਮੈਂ ਨਾ ਤੁਹਾਨੂੰ ਜਿਹੜੀ ਲਾਸਟ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇੰਨਾ ਕੁਝ ਹੋ ਰਿਹਾ, ਇੰਨਾ ਜਨਤਾ ਵਿਚਾਰੀ ਦਾ ਪੈਸਾ ਲਾ ਰਿਹਾ, ਜਨਤਾ ਨੂੰ ਵਿਚਾਰੀ ਨੂੰ ਭੱਜੀ ਫਿਰਦੀ ਆ, ਤੜਫਦੀ ਫਿਰਦੀ ਆ, ਸਾਨੂੰ 10 ਕਿਲੋ ਆਟਾ ਮਿਲ ਜਾਵੇ ਜੀ, ਸਾਨੂੰ ਜਿਹੜੀ ਕਿੱਟ ਮਿਲਦੀ ਆ ਸਰਕਾਰ ਵੱਲੋਂ 500 ਰੁਪਏ ਦੀ ਉਹੀ ਮਿਲ ਜਾਵੇ, ਬੜੇ ਤੜਫਦੇ ਫਿਰਦੇ ਆ ਲੋਕ। ਲੋਕਡਾਊਨ ਤੋਂ ਬਾਅਦ ਕੰਮ ਕਰ ਨਹੀਂ ਰਹੇ ਜੀ। ਫਿਰ ਇਹਦਾ ਹੱਲ ਕੀ ਆ ਜੀ? ਇਹ ਕਿਵੇਂ ਹੱਲ ਹੋ ਸਕਦਾ? ਇਹਦਾ ਹੱਲ ਸਭ ਤੋਂ ਪਹਿਲਾ ਹੱਲ ਹੈਗਾ ਪੰਜਾਬ ਦੀ ਜਨਤਾ ਨੂੰ ਡਾਂਗ ਲੈ ਕੇ ਖੜਾ ਹੋਣਾ ਪੈਣਾ, ਸਭ ਤੋਂ ਪਹਿਲਾ ਕੰਮ। ਓਕੇ। ਨੰਬਰ 2, ਇਹਦੇ ਵਿੱਚ ਇੰਪਲੀਮੈਂਟ ਐਕਟ ਜਿਹੜਾ ਵਾ ਉਹ ਸਾਰਿਆਂ ਦੇ ਬਰਾਬਰ ਹੋਣਾ ਚਾਹੀਦਾ। ਇਹ ਨਹੀਂ ਕਿ ਐਮਐਲਏ ਲਈ ਵੱਖਰਾ ਤੇ ਜਿਹੜੇ ਆਪਣੇ ਕੰਮ ਕਰਦੇ ਨੇ ਲੋਕੀ, ਜਿਹੜੇ ਮੁਲਾਜ਼ਮ ਨੇ, ਉਹਨਾਂ ਲਈ ਵੱਖਰਾ। ਦੇਖੋ ਡਾਂਗ ਲੈ ਕੇ ਖੜਨ ਦਾ ਮਤਲਬ ਮੈਂ ਇੱਥੋਂ ਤੁਹਾਨੂੰ ਕਲੀਅਰ ਕਰ ਲਵਾਂ ਕਿ ਆਪਦੇ ਹੱਕਾਂ ਦੀ ਰਾਖੀ ਕਰਨਾ ਵਾ ਨਾ। ਇੱਥੇ ਇਹ ਨਹੀਂ ਨਾ ਕਿ ਕੋਈ ਐਮਐਲਏ ਆ ਗਿਆ ਤਾਂ ਉਹਦੇ ਡਾਂਗ ਫੇਰ ਦੋ, ਇਦਾਂ ਦਾ ਕੁਝ ਨਹੀਂ। ਕਿਉਂਕਿ ਇੱਥੇ ਦਰਸ਼ਕਾਂ ਨੂੰ ਦੱਸਣਾ ਬਣਦਾ, ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਕਿਤੇ ਗਲਤ ਨਾ ਸਮਝਣ। ਡਾਂਗ ਲੈ ਕੇ ਖੜਨ ਦਾ ਮਤਲਬ ਪੰਜਾਬੀ ਸ਼ਬਦਾਂ 'ਚ ਆਪਾਂ ਕਹਿੰਦੇ ਵੀ ਆਪਦੇ ਹੱਕਾਂ ਦੀ ਰਾਖੀ ਕਰਨੀ ਪਊਗੀ। ਬਿਲਕੁਲ ਜੀ, ਬਿਲਕੁਲ। ਦੇਖੋ ਇਹ ਉਹ ਡਾਂਗ ਆ ਜਿਹੜੀ ਮਹਾਤਮਾ ਗਾਂਧੀ ਜੀ ਨੇ ਚੱਕੀ ਸੀ ਤੇ ਭਗਤ ਸਿੰਘ ਹੋਣਾ ਨੇ ਚੱਕੀ ਸੀ, ਮੈਂ ਉਹਦੀ ਗੱਲ ਕਰ ਰਿਹਾ। ਜੀ ਜੀ ਜੀ। ਦੇਖੋ ਉਹਦੇ ਲਈ ਤੁਹਾਨੂੰ ਕਰਨਾ ਕੀ ਪੈਣਾ ਆ? ਸਭ ਤੋਂ ਪਹਿਲਾਂ ਦੇਖੋ, ਇੱਕ ਮੁਲਾਜ਼ਮ, ਇੱਕ ਆਈਏਐਸ, ਇੱਕ ਆਈਪੀਐਸ, ਇੱਕ ਪੀਸੀਐਸ ਬਣਨ ਲਈ ਤੁਹਾਨੂੰ ਤਕਰੀਬਨ 2-4 ਸਾਲ ਲੱਗਦੇ ਨੇ। ਤੁਹਾਨੂੰ ਸਭ ਤੋਂ ਪਹਿਲਾਂ ਗ੍ਰੈਜੂਏਟ ਹੋਣਾ ਪੈਂਦਾ ਆ, ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਟੈਸਟ ਹੁੰਦਾ, ਮੈਂਟਲੀ ਟੈਸਟ ਹੁੰਦਾ, ਪ੍ਰੈਕਟੀਕਲ ਹੁੰਦਾ, ਥਿਓਰੀਟੀਕਲ ਹੁੰਦਾ, ਫਿਰ ਉਸ ਤੋਂ ਬਾਅਦ ਤੁਹਾਡੀ ਇੰਟਰਵਿਊਜ਼ ਹੋਣਗੀਆਂ। ਉਹ ਤੁਹਾਨੂੰ ਪਾਰ ਕਰਦੇ ਕਰਦੇ ਇੱਕ ਟਾਈਮ ਲੱਗਦਾ, ਉਸ ਤੋਂ ਬਾਅਦ ਜਾ ਕੇ ਤੁਹਾਡੀ ਉੱਥੇ ਉਹ ਵੀ ਜੇ ਤੁਸੀਂ ਸਿਫਾਰਿਸ਼ ਲੱਗਦੀ ਆ ਨਾਲ, ਅੱਜ ਕੱਲ੍ਹ ਪਤਾ ਨਹੀਂ ਕੀ ਚੱਲਣ ਡਿਆ, ਉਸ ਤੋਂ ਬਾਅਦ ਤੁਸੀਂ ਇੱਕ ਮੁਲਾਜ਼ਮ ਭਰਤੀ ਹੁੰਦੇ ਆ ਜੀ। ਉਸ ਤੋਂ ਬਾਅਦ ਤੁਹਾਡੀ ਇੱਕ ਸੈਲਰੀ ਸ਼ੁਰੂ ਹੁੰਦੀ ਆ 20-25 ਹਜ਼ਾਰ ਰੁਪਏ ਤੋਂ, ਜਿਹੜਾ ਸਟਾਰਟਿੰਗ ਪੁਆਇੰਟ ਹੈ। ਬਿਲਕੁਲ ਜੀ। ਮਿਨੀਮਮ 10,000 ਤੋਂ ਇੱਕ ਸਟਾਰਟਿੰਗ ਸੈਲਰੀ ਸ਼ੁਰੂ ਹੁੰਦੀ ਆ ਪੰਜਾਬ ਸਰਕਾਰ ਦੇ ਮੁਲਾਜ਼ਮ ਦੀ, ਔਰ ਇਹ ਲੱਖ ਤੱਕ 80,000 ਤੱਕ ਜਾਂਦੀ ਹੈ। ਹੁਣ ਉੱਥੇ ਸ਼ੁਰੂ ਹੋ ਕੇ ਇਹਨਾਂ ਨੂੰ ਇੱਕ ਟਾਈਮ ਲੱਗਾ, ਇੱਕ ਪੜ੍ਹੇ ਲਿਖੇ ਲੋਕ ਨੇ, ਔਰ ਫਿਰ ਉਸ ਤੋਂ ਬਾਅਦ ਇਹ ਆਪਣੀ ਜ਼ਿੰਦਗੀ ਦਾ 30 ਸਾਲ ਦਾ 35 ਸਾਲ ਦਾ ਜ਼ਿੰਦਗੀ ਦਾ ਤਜਰਬਾ, ਆਪਣੀ ਜਵਾਨੀ ਜਿਹੜੀ ਆ ਉਹ ਇਹਨਾਂ ਇੱਕ ਸੂਬੇ ਨੂੰ, ਇੱਕ ਸਰਕਾਰ ਨੂੰ, ਇੱਕ ਪ੍ਰਸ਼ਾਸਨ ਨੂੰ ਦੇ ਦਿੰਦੇ ਆ ਜੀ। ਉਸ ਤੋਂ ਬਾਅਦ ਉਹਦੀ ਸੈਲਰੀ ਮੈਂ ਕਹਿੰਦਾ ਜਾਇਜ਼ ਆ, ਕਿਤੇ ਜਾਇਜ਼ ਆ ਜੀ। ਇਹ ਲੋਕ ਇਹਨਾਂ ਨੂੰ ਪਹਿਲੀ ਗੱਲ ਕੋਈ ਪੁੱਛਣ ਵਾਲਾ ਨਹੀਂ ਕਿ ਬਈ ਤੁਸੀਂ 5ਵੀਂ ਫੇਲ ਹੋ, ਕਿ ਤੁਸੀਂ ਅਨਪੜ੍ਹ ਹੋ, ਜਾਂ ਤੁਸੀਂ ਕਿੰਨੇ ਪਾਸ ਹੋ। ਨੰਬਰ 1। ਨੰਬਰ 2, ਇਹਨਾਂ ਦੇ ਉੱਤੇ ਕੋਈ ਡਾਂਗ ਲੈ ਕੇ ਇਹ ਨਹੀਂ ਖੜਾ ਕਿ ਬਈ ਤੁਸੀਂ ਪਹਿਲਾਂ ਦੱਸ ਵੀ ਤੂੰ ਕਮਾਉਣਾ ਕਿੰਨਾ, ਜੇ ਤੂੰ ਕਰੋੜਪਤੀ ਆ ਤੇ ਤੂੰ ਸੈਲਰੀ ਕਿੱਦਾਂ ਲੈ ਲੂੰਗਾ। ਮੈਂ ਆਹੀ ਗੱਲ ਕਰਨ ਲੱਗਿਆ ਸੀਗਾ, ਤੁਹਾਡੀ ਗੱਲ ਜਾਇਜ਼ ਆ ਜੀ, ਬਿਲਕੁਲ। ਆ ਪਿੱਛੇ ਜੇ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਮੱਤੇਵਾੜਾ ਜੰਗਲ ਦਾ ਰੌਲਾ ਪਿਆ ਸੀ ਜੀ।
ਉਹ ਮੱਤੇਵਾੜਾ ਜੰਗਲ ਦੇ ਨੇੜੇ ਜਿਹੜੇ ਪਿੰਡ ਆ ਉਹ ਸਰਪੰਚ ਨੇ, ਉੱਥੇ ਇੱਕ ਲੇਡੀਜ਼ ਆ ਸਰਪੰਚ, ਉਸ ਮੈਡਮ ਦਾ ਕਹਿਣਾ ਇਹ ਸੀਗਾ ਕਿ ਸਾਨੂੰ ਤਾਂ ਜੀ ਮੈਂ ਤਾਂ ਅਨਪੜ੍ਹ ਆ, ਮੈਨੂੰ ਪਤਾ ਨਹੀਂ ਲੱਗਿਆ, ਮੇਰੇ ਤੋਂ ਸਾਈਨ ਕਰਵਾ ਕੇ ਲੈ ਗਏ ਜੀ। ਇੱਥੇ ਤੁਹਾਨੂੰ ਲੱਗਦਾ ਕਿ ਪੜ੍ਹੇ ਲਿਖੇ ਵੀ ਜ਼ਰੂਰੀ ਹੋਣੇ ਚਾਹੀਦਾ, ਕਿ ਇੱਕ ਐਮਐਲਏ ਇੰਨਾ ਪੜ੍ਹਿਆ ਹੋਣਾ ਚਾਹੀਦਾ, ਇੱਕ ਸਰਪੰਚ ਇੰਨਾ ਹੋਣਾ ਚਾਹੀਦਾ? ਮੈਂ ਤੁਹਾਨੂੰ ਦੱਸਦਾ, ਜੇ ਇਹ ਆਪ ਪੜ੍ਹੇ ਲਿਖੇ ਹੋਣਗੇ ਜੀ ਤੇ ਇਹ ਲੋਕਾਂ ਦੇ ਹੱਕਾਂ ਦੀ ਆਪਣੇ ਆਪ ਰਾਖੀ ਕਰਨਗੇ। ਓਕੇ। ਔਰ ਉਹ ਦੇਖੋ ਇਹਦੇ ਵਿੱਚ ਮੈਂ ਕਹਿੰਦਾ ਐਕਟਿਵ ਬਣਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਬੰਦਾ ਇਲੈਕਸ਼ਨ ਲੜਨਾ ਚਾਹੁੰਦਾ ਉਹਦੇ ਲਈ ਮਿਨੀਮਮ ਇੱਕ ਜਿਹੜੀ ਆ ਪੜ੍ਹਾਈ ਜਿਹੜੀ ਉਹ ਐਜੂਕੇਸ਼ਨ ਜ਼ਰੂਰੀ। ਹੁਣ ਤੁਸੀਂ ਦੱਸੋ, ਜਿਹੜਾ ਬੰਦਾ ਹੈ ਹੀ ਦੂਜੀ ਪਾਸ ਹੈ ਉਹਨੂੰ ਤੁਸੀਂ ਸਿੱਖਿਆ ਮੰਤਰੀ ਬਣਾ ਦੋਗੇ ਜਾਂ ਉਦਯੋਗ ਮੰਤਰੀ ਬਣਾ ਦੋਗੇ, ਮੈਨੂੰ ਤੁਸੀਂ ਦੱਸੋ ਕਿੱਦਾਂ ਕੰਮ ਕਰੂਗਾ? ਉਹਦੇ ਕੋਲ ਕੋਈ ਨੌਲੇਜ ਨਹੀਂ, ਕੋਈ ਐਕਸਪੀਰੀਅੰਸ ਨਹੀਂ ਹੈ। ਹੁਣ ਇੱਥੇ ਨੰਬਰ 1 ਫਿਰ ਤੁਸੀਂ ਇੱਕ ਸੈਲਰੀ ਦਾ ਪੱਕਾ ਸਿਸਟਮ ਬਣਾ ਦਿਓ। ਭਾਵੇਂ ਮੈਂ ਕਹਿੰਦਾ ਤੁਸੀਂ ਇੱਕ ਐਮਐਲਏ ਨੂੰ 50,000 ਸੈਲਰੀ ਦੇ ਦਿਓ, ਮੈਂ 25 ਵੀ ਨਹੀਂ ਕਹਿਣਾ, ਅਲਾਈਅੰਸ ਵਗੈਰਾ ਬੰਦ ਤੁਸੀਂ ਡਬਲ ਕਰ ਦਿਓ ਜੀ, ਪਰ ਉਹਨੂੰ ਵੀ ਬਾਕੀ ਭੱਤੇ ਉਹਦੇ ਵਿੱਚੋਂ ਹੀ ਖਰਚੇ ਕਰਨ ਦਿਓ ਨਾ। ਬਿਲਕੁਲ ਜੀ। ਮੈਂ ਕਹਿੰਦਾ ਤੁਸੀਂ ਇੱਕ ਆਈਪੀਐਸ ਹੋ, ਤੁਹਾਨੂੰ ਲੱਖ ਰੁਪਏ ਸੈਲਰੀ ਮਿਲਦੀ ਆ, ਪਰ ਕੀ ਤੁਹਾਨੂੰ ਭੱਤਿਆਂ ਦੇ ਨਾਮ ਤੇ ਤੁਹਾਨੂੰ ਕੋਈ ਵੱਖਰਾ ਕੁਝ ਮਿਲਦਾ ਹੈ ਕਿ ਬਈ ਤੁਸੀਂ ਟਰੈਵਲ ਫੈਸਿਲਿਟੀ ਕਰੋ? ਹੁਣ ਪੰਜਾਬ ਪੁਲਿਸ ਆ, ਪੰਜਾਬ ਪੁਲਿਸ ਨੂੰ ਟਰੈਵਲ ਫੈਸਿਲਿਟੀ ਦੇ ਨਾਮ ਤੇ ਸਿਰਫ ਪੰਜਾਬ ਰੋਡਵੇਜ਼ ਆ, ਉਸ ਤੋਂ ਇਲਾਵਾ ਉਹ ਕਿਤੇ ਨਹੀਂ। ਜੇ ਮੇਰੇ ਕੋਲ ਉਹ ਵੀ ਹੈਗਾ ਆ, ਉਹ ਵੀ ਕਈ ਵਾਰੀ ਚੜਾਉਂਦੇ ਨਹੀਂ ਜੀ ਬੱਸਾਂ ਵਾਲੇ, ਉਹ ਵੀ ਕਈ ਵਾਰੀ ਲੜ ਪੈਂਦੇ ਆਪਸ ਦੇ ਵਿੱਚ, ਚੜਾਉਂਦੇ ਨਹੀਂ। ਤੇ ਉਹ ਇਹਨਾਂ ਕੋਲ 에ਅਰ ਫਸਟ ਕਲਾਸ, ਟ੍ਰੇਨਾਂ ਫਸਟ ਕਲਾਸ ਤੇ ਗੱਡੀਆਂ ਤੇ ਹੈ ਹੀ ਰੱਬ ਦੀਆਂ ਰੱਖੋ, ਤੇ ਉਦਾਂ ਹੀ ਬਾਈ 에ਅਰ ਵਰਗੀਆਂ ਹੋਈਆਂ ਪਈਆਂ। ਫਿਰ ਕਿਹੜੇ ਮੂੰਹ ਨਾਲ ਇਹ ਲੋਕਾਂ ਦੇ ਜੀ ਮਸੀਹਾ ਬਣਦੇ ਨੇ? ਇਹੀ ਨਕਾਬ ਉਤਾਰਨ ਲਈ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਕਿ ਇਹ ਐਮਐਲਏ ਜਿਹੜੇ ਲੜਾਈ ਲੜਦੇ ਆ ਨਾ, ਇਹ ਤੁਹਾਡੇ ਹੱਕਾਂ ਦੀ ਲੜਾਈ ਨਹੀਂ ਲੜਦੇ, ਇਹ ਆਪਣੀ ਪੂਰੀ ਜ਼ਿੰਦਗੀ ਸੇਫ ਕਰਨ ਦੇ ਲਈ ਲੜਾਈ ਲੜਦੇ ਆ। ਔਰ ਉਸ ਤੋਂ ਬਾਅਦ ਇੱਕ ਹੋਰ ਗੱਲ ਮੈਂ ਚਾਨਣਾ ਕਰਨਾ ਚਾਹੁੰਦਾ ਕਿ ਇਹਦਾ ਹੱਲ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਜੀ। ਸਰਕਾਰ ਦੇ ਵਿੱਚ ਅਮੈਂਡਮੈਂਟ ਜਿਹੜੇ ਪੱਕੇ ਹੋਣੇ ਚਾਹੀਦੇ ਨੇ, ਸਰਕਾਰ ਨੂੰ ਇਹਨਾਂ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹ ਪ੍ਰੋਪਰ ਇਕੁਅਲ ਹੋਣੇ ਚਾਹੀਦੇ ਨੇ ਮੁਲਾਜ਼ਮਾਂ ਦੇ। ਜੇ ਇੱਕ ਮੁਲਾਜ਼ਮ 300 ਰੁਪਏ ਭੱਤੇ 'ਚ ਗੁਜ਼ਾਰਾ ਕਰ ਸਕਦਾ ਤੇ ਐਮਐਲਏ ਨੂੰ 15,000 ਕਾਹਦਾ? ਮੈਂ ਆਖਰੀ ਕੁਐਸਚਨ ਤੁਹਾਨੂੰ ਪੁੱਛਣ ਲੱਗਿਆ ਕਿ ਕਾਫੀ ਦਿਨਾਂ ਤੋਂ ਨਾ ਮੇਰੇ ਇੱਕ ਦਿਮਾਗ ਦੇ ਵਿੱਚ ਗੱਲ ਖੜਕਦੀ ਪਈ ਆ ਕਿ ਸਾਡੇ ਲੁਧਿਆਣੇ ਦੇ ਵਿੱਚ ਨਾ ਇੱਕ ਮੋਦੀਖਾਨਾ ਖੁੱਲਿਆ ਸੀ ਜੀ, ਜਿਹਦਾ ਉਹ ਮੰਨ ਲਓ ਕਹਿ ਲਓ ਵੀ ਪ੍ਰੋਪਰਾਈਟ ਮਤਲਬ ਮੇਨ ਜਿਹੜਾ ਚਲਾਉਣ ਵਾਲਾ ਸੀ ਬਲਜਿੰਦਰ ਸਿੰਘ ਜਿੰਦੂ ਸੀ ਜੀ। ਉਹਦੀ ਲੜਾਈ ਇਹ ਸੀ ਕਿ ਮੈਡੀਕਲਾਂ ਵਾਲੇ ਇੰਨੇ ਤੋਂ ਇੰਨੇ ਕਮਾਉਂਦੇ ਨੇ ਵਿੱਚੋਂ ਜੀ, ਇੰਨੇ ਜ਼ਿਆਦਾ % ਪੈਸਾ ਲਿਆ ਜਾਂਦਾ। ਹੁਣ ਉਹ ਕਹਿੰਦਾ ਜੀ ਡਾਕਟਰਾਂ ਦੀ ਵੀ ਲੁੱਟ ਆ, ਮੈਡੀਕਲ ਸਟੋਰ ਵਾਲਿਆਂ ਦੀ ਵੀ ਲੁੱਟ ਆ ਜੀ, ਡਾਕਟਰ ਉਹੀ ਲਿਖਦੇ ਨੇ, ਸਾਲਟ ਲਿਖਦੇ ਨੇ। ਇੱਥੇ ਮੈਨੂੰ ਇੱਕ ਗੱਲ ਖੜਕਦੀ ਪਈ ਆ ਸਰ, ਜਦੋਂ ਇੱਕ ਡਾਕਟਰ ਬਣਨ ਦੇ ਲਈ ਘੱਟੋ ਘੱਟ 10 ਤੋਂ 12 ਸਾਲ ਲੱਗ ਜਾਂਦੇ ਆ, ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸਰਕਾਰ ਉਹ ਤੋਂ ਪੈਸਾ ਲੈਂਦੀ ਆ ਫੀਸਾਂ ਦੇ ਨਾਂ ਦੇ ਉੱਤੇ। ਉਹ ਐਤਕੀ ਹੁਣ ਵਧਾਈਆਂ ਵੀ ਨੇ ਜਿਹਦੇ ਕਰਕੇ ਰੌਲਾ ਵੀ ਆ। ਕੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਫੀਸਾਂ ਘੱਟ ਹੋਣਗੀਆਂ, ਸਸਤੇ ਦੇ ਵਿੱਚ ਇੱਕ ਡਾਕਟਰ ਬਣੂਗਾ? ਕਿਉਂਕਿ ਜਿਹੜੇ ਇੱਕ ਬੰਦੇ ਨੇ 70-80 ਲੱਖ ਰੁਪਇਆ ਲਾ ਕੇ ਡਾਕਟਰ ਬਣਨਾ ਸਰ, ਉਹ ਕਰੋੜਾਂ ਰੁਪਇਆ ਪੂਰਾ ਤਾਂ ਕਰੂਗਾ ਹੀ। ਇੱਥੇ ਦੱਸੋ, ਤੁਸੀਂ ਜਾਣਕਾਰੀ ਦਿਓ, ਗਲਤੀ ਕਿਹਦੀ ਆ? ਕਿ ਫੀਸਾਂ ਸਹੀ ਹੋਣੀ ਚਾਹੀਦੀਆਂ ਕਿ ਡਾਕਟਰ ਗਲਤ ਨੇ? ਸਰ ਸਭ ਤੋਂ ਪਹਿਲਾਂ ਜਿਹੜਾ ਸਾਡੇ ਇੰਡੀਆ ਦਾ MRP ਜਿਹੜਾ ਆ, ਮੈਕਸਿਮਮ ਰਿਟੇਲ ਪ੍ਰਾਈਸ ਜਿਹੜਾ ਆ, ਇਹਦੇ ਵਿੱਚ ਸੰਸ਼ੋਧਨ ਕਰਨ ਦੀ ਲੋੜ ਆ ਜੀ ਜੀ। ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ MRP ਜਿਹੜਾ ਆ ਇਹਦੇ ਲਈ ਸਰਕਾਰ ਦੀ ਕੋਈ ਗਾਈਡਲਾਈਨ ਨਹੀਂ ਹੈ। ਗਾਈਡਲਾਈਨ ਨਹੀਂ, ਉਹ ਆਪਣੀ ਕੰਪਨੀ ਦੇ ਨਾਲ ਮਰਜ਼ੀ ਲਾ ਸਕਦੀ ਹੈ, ਕਰਦਾ ਉਹ MRP ਬਣਾ ਦਿੰਦਾ ਹੈ, ਬਣਾ ਸਕਦਾ ਜੀ। ਤੁਹਾਨੂੰ 10 ਰੁਪਏ ਚੀਜ਼ ਪਈ ਹੈ, ਤੁਸੀਂ 120 ਰੁਪਏ ਲਿਖ ਦਿਓ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ। ਬਸ ਫਰਕ ਸਿਰਫ ਇੰਨਾ ਆ ਕਿ MRP ਲਿਖਿਆ, ਗਵਰਨਮੈਂਟ ਕਹਿੰਦੀ ਇਹਦੇ GST ਲੱਗਾ, ਮੈਨੂੰ ਮੇਰਾ ਹੱਕ ਆ ਰਿਹਾ, ਬਾਕੀ ਜਨਤਾ ਜਿਹੜੀ ਆ ਉਹ ਜਿੱਥੇ ਮਰਜ਼ੀ ਜਾਵੇ, ਮਾੜਾ ਜੋ ਮਰਜ਼ੀ ਕਰੇ। ਉਹਦੇ ਵਿੱਚ ਉਹ ਮਾਰਜਨ 10% ਰੱਖ ਰਿਹਾ, 20% ਰੱਖ ਰਿਹਾ, 50%, ਲੱਖ%, ਉਹਨੂੰ ਕੋਈ ਪੁੱਛਣ ਵਾਲਾ। ਇਹਦਾ ਮਤਲਬ ਡਾਕਟਰ ਨੂੰ, ਜਿਹੜੇ ਡਾਕਟਰਾਂ ਦੀਆਂ ਮੈਡੀਕਲ ਸਟੂਡੈਂਟਾਂ ਦੀਆਂ ਇੰਨੀਆਂ ਲੱਖਾਂ ਕਰੋੜਾਂ ਰੁਪਏ ਦਾ ਸਰਕਾਰ ਨੂੰ ਫੀਸਾਂ ਲੈਂਦੇ, ਜੇ ਉਹ ਘੱਟ ਹੋਣਗੀਆਂ ਤਾਂ ਆਪੀ ਉਹ ਵਿਚਾਰ ਉਹੀ ਦੱਸ ਰਿਹਾ ਕਿ ਜਦੋਂ MRP ਜਿਹੜੀ ਆ, ਜਦੋਂ ਉਹਦੇ ਤੇ ਕੰਟਰੋਲ ਰੱਖ ਦਿੱਤਾ ਵੀ ਤੁਸੀਂ MRP ਜਿਹੜੀ ਆ ਉਹ 10%, 20%, 30% ਤੋਂ ਵੱਧ ਤੁਸੀਂ ਨਹੀਂ ਰੱਖ ਸਕਦੇ ਆਪਣਾ ਮਾਰਜਨ ਜਿਹੜਾ ਹੈ, ਜਦੋਂ ਉਹ ਆ ਗਈ ਤੇ ਮੋਰ ਦੈਨ 50% ਰੇਟ ਜਿਹੜੇ ਉਹ ਦਵਾਈਆਂ ਦੇ ਨਹੀਂ, MRP ਤੇ ਵਿਕਣ ਵਾਲੀਆਂ ਕਈ ਚੀਜ਼ਾਂ ਦੇ ਰੇਟ ਜਿਹੜੇ ਉਹ ਕੰਟਰੋਲ 'ਚ ਆ ਜਾਣੇ। ਨੰਬਰ 1। ਨੰਬਰ 2, ਜਿਹੜੀਆਂ ਫੀਸਾਂ ਦੀ ਗੱਲ ਆ, ਦੇਖੋ ਸਾਡੇ ਲੋਕਾਂ ਦੇ ਵਿੱਚ ਨਾ ਇਹਦੇ ਲਈ ਕਿਤੇ ਨਾ ਕਿਤੇ ਮੈਂ ਪੰਜਾਬ ਜਿਹੜੀ ਸਰਕਾਰਾਂ ਨੇ, ਭਾਵੇਂ ਇੰਡੀਆ ਦੀ ਆ ਭਾਵੇਂ ਸੂਬੇ ਦੀ ਆ, ਉਹ ਤੇ ਜ਼ਿੰਮੇਦਾਰ ਹੈਗੀਆਂ ਹੀ ਨੇ। ਉਸ ਦੇ ਲਈ ਮੈਂ ਆਪਣੇ ਆਪ ਨੂੰ ਵੀ ਜ਼ਿੰਮੇਦਾਰ ਮੰਨਦਾ। ਉਹ ਕਿਵੇਂ? ਪ੍ਰਾਈਵੇਟ ਸਕੂਲਾਂ ਨੂੰ ਅਸੀਂ ਵਧਾਵਾ ਦਿੱਤਾ, ਬਿਲਕੁਲ ਜੀ। ਪ੍ਰਾਈਵੇਟ ਹਸਪੀਟਲਾਂ ਨੂੰ ਅਸੀਂ ਵਧਾਵਾ ਦਿੱਤਾ ਜੀ। ਪ੍ਰਾਈਵੇਟ ਇੰਸਟੀਚਿਊਟ ਜਿੱਥੇ ਡਾਕਟਰ ਪੈਦਾ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਵਧਾਵਾ ਦਿੱਤਾ। ਅਸੀਂ ਲੋਕ ਜੇ ਸਰਕਾਰੀ 'ਚ ਪੜ੍ਹੀਏ ਉੱਪਰੋਂ ਤੋਂ ਲੈ ਕੇ ਹਾਈ ਲੈਵਲ ਤੱਕ, ਤੇ ਮੈਨੂੰ ਨਹੀਂ ਲੱਗਦਾ। ਪਰ ਜੇ ਮੰਤਰੀਆਂ ਤੇ ਡੀਸੀਆਂ ਦੇ ਸਾਰਿਆਂ ਦੇ ਬੱਚੇ ਉੱਥੇ ਬਰਾਬਰ ਹੋਣਗੇ ਤਾਂ ਐਜੂਕੇਸ਼ਨ ਹੋਊ ਜੀ। ਸਰਕਾਰੀ ਸਕੂਲਾਂ 'ਚ ਰੱਖਣ, ਐਜੂਕੇਸ਼ਨ ਸਰਕਾਰੀ ਹਸਪਤਾਲਾਂ 'ਚ ਇਲਾਜ ਨਹੀਂ। ਉਹੀ ਐਜੂਕੇਸ਼ਨ ਐਕਟ ਦੀ ਅਸੀਂ ਮੰਗ ਕੀਤੀ ਸੀ ਅੱਜ ਤੋਂ 1.5 ਸਾਲ ਪਹਿਲਾਂ ਜੀ, ਕਿ ਡੀਸੀ ਤੋਂ ਲੈ ਕੇ MLA ਤੋਂ ਲੈ ਕੇ ਜਿਹੜੇ ਹਰ ਬੰਦੇ ਦਾ ਜਿਹੜੇ ਬਜਟ, ਸਪੈਸ਼ਲੀ ਜਿਹੜੇ ਇੱਕ VIP ਕੈਟਾਗਰੀ ਦੇ ਵਿੱਚ ਆਪਾਂ ਸਮਝਦੇ ਹਾਂ, ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣ। ਤੇ ਭਾਈ ਦੇਖੋ, ਮੈਂ ਸਿੱਧੀ ਜਿਹੀ ਆਪਾਂ ਬੋਲਣ ਵਾਲੇ ਲੋਕ ਆ, ਮੇਰਾ ਬੱਚਾ ਮੰਨ ਲਓ ਸਰਕਾਰੀ ਸਕੂਲ 'ਚ ਪੜ੍ਹਦਾ ਆ ਤੇ ਉੱਥੇ ਉਹਦੇ ਨਾਲ ਕੋਈ 19 ਕੀ ਹੋ ਗਈ, ਤੁਸੀਂ ਲੜਾਈ ਲੜ ਲਓ ਤੇ ਮੈਂ ਲੜਾਈ ਲੜੂੰਗਾ। ਤੇ ਉੱਥੇ ਫਿਰ ਉੱਥੋਂ ਦੇ ਪ੍ਰਿੰਸੀਪਲ, ਉੱਥੋਂ ਦੀ ਮੈਨੇਜਮੈਂਟ ਕਮੇਟੀ ਨੂੰ ਉਹ ਡਰ ਪਏਗਾ। ਔਰ ਅਸੀਂ ਉਹਦੀ ਲਈ ਲੜਾਈ ਲੜ ਰਹੇ ਹਾਂ ਕਪੂਰਥਲੇ ਦੇ ਵਿੱਚ। ਕਪੂਰਥਲਾ ਮੈਂ ਪੇਰੈਂਟਸ ਐਸੋਸੀਏਸ਼ਨ ਬਣਾ ਕੇ ਅਸੀਂ ਉਹਦੇ ਲਈ ਲੜਾਈ ਆਲਰੇਡੀ ਲੱਗੇ ਹੋਏ ਹਾਂ। ਮੈਨੂੰ
ਚੰਗਾ ਲੱਗਿਆ ਜੀ। ਇੱਥੇ ਜਿੱਥੇ ਕਿ ਜਦੋਂ ਕਿ ਮਰਦੀ ਆ ਤਾਂ ਆਮ ਜਨਤਾ ਹੀ ਮਰਦੀ ਆ। ਇੱਥੇ ਮੈਂ ਨਾ ਥੋੜੇ ਦਿਨ ਪਹਿਲਾਂ, ਕਿਉਂਕਿ ਆ ਲੋਕਡਾਊਨ ਦੇ ਦੌਰਾਨ ਪਬਲਿਕ ਦਾ ਇੰਨਾ ਕੁ ਬੁਰਾ ਹਾਲ ਆ ਕਿ ਮੈਂ ਖੁਦ ਤਕਰੀਬਨ 8 ਤੋਂ 9 ਨਿਊਜ਼ ਇਦਾਂ ਦੀਆਂ ਕੀਤੀਆਂ। ਮੈਂ ਤੁਹਾਡੀ ਗੱਲ ਨੂੰ ਕੱਟਣਾ ਚਾਹੁੰਦਾ ਤਰਲੋਚਨ ਜੀ, ਜੀ ਸਮੇਂ ਦੀ ਗੁਸਤਾਖੀ ਆ, ਲੇਕਿਨ ਮੈਂ ਕਲੀਅਰ ਕਰਨਾ ਚਾਹੁੰਦਾ ਲੋਕਡਾਊਨ ਦੇ ਵਿੱਚ ਪੰਜਾਬ ਸਰਕਾਰ ਨੇ ਕੁਝ ਨਹੀਂ ਦਿੱਤਾ ਜੀ। ਲੋਕਡਾਊਨ ਦੇ ਕਰਕੇ ਪੰਜਾਬ ਸਰਕਾਰ ਨੂੰ 85 ਕਰੋੜ ਦਾ ਲਗਭਗ ਚੂਨਾ ਲੱਗਿਆ ਆ। ਓਕੇ। ਹਰ ਜ਼ਿਲ੍ਹੇਵਾਜ਼ ਉਹ ਰਿਪੋਰਟ ਮੇਰੇ ਕੋਲ ਹੈਗੀ ਆ ਜੀ। ਔਰ ਉਹ ਮੈਂ ਨਹੀਂ ਕਹਿੰਦਾ, ਉਹ ਇੱਕ ਬੜੇ ਵੱਡੇ ਅਖਬਾਰ ਨੇ ਇੰਡੀਆ ਦੇ ਫਸਟ ਪੇਜ ਤੇ ਛਾਪ ਕੇ ਉਹਦੀ ਗੱਲ ਕੀ ਆ। ਤਕਰੀਬਨ ਪੰਜਾਬ ਸਰਕਾਰ ਨੇ 25 ਲੱਖ ਦੇ ਨੀਅਰ ਅਬਾਊਟ 25-26 ਲੱਖ ਦੇ ਨੀਅਰ ਅਬਾਊਟ ਰਾਸ਼ਨ ਦੇ ਪੈਕੇਟ ਬਣਾਏ ਸੀਗੇ ਜੀ, ਲੋਕਾਂ ਨੂੰ ਵੰਡਣ ਲਈ ਕੋਵਿਡ-19 ਦੇ ਵਿੱਚ ਜੀ। ਔਰ ਉਹਨਾਂ ਦੇ ਵਿੱਚੋਂ ਜਦੋਂ ਹਿਸਾਬ ਪੁੱਛਿਆ ਗਿਆ ਕੋਵਿਡ-19 ਦੀ ਟੀਮ ਕੋਲੋਂ, ਜਿਹੜਾ ਨੇ ਕੰਟਰੋਲ ਰੂਮ ਬਣਾਇਆ ਹੈ ਪੰਜਾਬ ਸਰਕਾਰ ਨੇ, ਤੇ ਪੰਜਾਬ ਸਰਕਾਰ ਨੇ ਹੀ ਪੁੱਛਿਆ ਕਿ ਬਈ ਤੁਸੀਂ ਇਹਦੀ ਸਾਨੂੰ ਦੱਸੋ ਵੀ ਉਹ ਪੈਕੇਟ ਸਾਰੇ ਲੱਗ ਗਏ ਆ, ਤੇ ਉਹਨਾਂ ਕੋਲ ਸਿਰਫ 15 ਤੋਂ 16 ਲੱਖ ਪੈਕਟਾਂ ਦਾ ਹਿਸਾਬ ਸੀਗਾ। ਤਕਰੀਬਨ 10 ਤੋਂ 11 ਲੱਖ ਪੈਕਟਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਆ। ਮਤਲਬ ਕਹਿ ਲਿਆ ਜਾਵੇ ਵੀ ਕਿ ਹਰ ਪਾਸੇ ਗਰੀਬ ਬੰਦੇ ਨੂੰ, ਆਮ ਜਨਤਾ ਨੂੰ ਮਾਰ ਆ। ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਕਿ ਲੋਕਡਾਊਨ ਦੇ ਦੌਰਾਨ 7-8 ਖਬਰਾਂ ਮੈਂ ਇਦਾਂ ਦੀਆਂ ਨਿਊਜ਼ ਕਰਕੇ ਆਇਆ ਜਿਹੜੀਆਂ ਕਿਸੇ ਨੇ ਸੁਸਾਈਡ ਕਰ ਲਿਆ, ਕਿਸੇ ਨੇ ਨਹਿਰ 'ਚ ਛਾਲ ਮਾਰ ਲਈ। ਉਹਨਾਂ ਚੀਜ਼ਾਂ ਨੂੰ ਨਾ ਮੈਂ ਦੇਖਦੇ ਹੋਏ ਮੇਰੇ ਦਿਮਾਗ ਦੇ ਵਿੱਚ 2 ਲਾਈਨਾਂ ਆਈਆਂ ਸੀਗੀਆਂ। ਮੈਂ ਉੱਥੇ ਲਿਖਿਆ ਸੀ ਕਿ ਜਿਹੜਾ ਉਹ ਦੁੱਖ ਆ, ਉਹ ਦਰਦ ਆ, ਉਹ ਮੈਂ ਇਸ ਤਰ੍ਹਾਂ ਲਿਖਿਆ ਕਿ ਅਣ ਆਈਆਂ ਮੌਤਾਂ ਦੇ ਸਿਵੇ ਵੀ ਸੇਕ ਰਹੇ ਹਾਂ, ਨਹਿਰਾਂ ਦੇ ਵਿੱਚ ਤਰੀਆਂ ਆਉਂਦੀਆਂ ਲਾਸ਼ਾਂ ਦੇਖ ਰਹੇ ਹਾਂ। ਕਿਹੜੇ ਇਨਸਾਫ ਤੇ ਕਿਹੜੇ ਲੀਡਰ ਦੀਆਂ ਤਰਲੋਚਨ ਗੱਲਾਂ ਕਰਦਾ ਏ। ਇੱਥੇ ਤਕੜੇ ਦੀ ਕੀਤੀ ਹਮੇਸ਼ਾ ਮਾੜਾ ਭਰਦਾ ਏ। ਇੱਥੇ ਤਕੜੇ ਦੀ ਕੀਤੀ, ਇਹਦਾ ਮਤਲਬ ਤਕੜੇ ਦੀ ਕੀਤੀ ਹੋਈ ਹਮੇਸ਼ਾ ਮਾੜੇ ਨੂੰ ਪੈਂਦੀ ਆ ਜੀ। ਉਹ ਇੱਥੇ ਚਾਹੇ ਐਮਐਲਏ ਹੋਣ, ਚਾਹੇ ਕੋਈ ਮੰਤਰੀ ਹੋਵੇ, ਉਹ ਸਾਰਾ ਪੈਸਾ ਜਿਹੜਾ ਸਾਡਾ ਚੂਸਿਆ ਜਾਂਦਾ ਖੂਨ ਆਮ ਪਬਲਿਕ ਦਾ, ਇਹਨਾਂ ਤੇ ਖਰਚਾ ਆ ਜਾਂਦਾ। ਅਸੀਂ ਤੇ ਇਹਦੇ ਲਈ ਆਵਾਜ਼ ਚੱਕਾਂਗੇ। ਮੈਂ ਤੇ ਪੰਜਾਬ ਸਰਕਾਰ ਮੈਨੂੰ ਲੱਗਦਾ ਹੋਰ ਨੂੰ ਵੀ ਚੱਕਣਾ ਚਾਹੀਦਾ ਜੀ, ਆਮ ਜਨਤਾ ਨੂੰ ਵੀ ਆਉਣਾ ਚਾਹੀਦਾ। ਮੈਂ ਤਾਂ ਕਹਿੰਦਾ ਜੀ, ਹੁਣ ਮੈਂ ਕਿਸੇ ਦੀ ਵੇਟ ਕਰਾਂ, ਆ ਵੇਟ ਦੇ ਵਿੱਚ ਤੇ ਕਈ ਟਾਈਮ ਲੰਘ ਗਿਆ। ਮੈਂ ਤੇ ਇੱਕ ਗੱਲ ਜਾਣਦਾ, ਪੰਜਾਬ ਸਰਕਾਰ ਨੇ ਕਿੱਦਾਂ ਉਹਨਾਂ ਸ਼ਰਾਬੀਆਂ ਨੂੰ ਜਿਹੜਿਆਂ ਦੀ ਡੈਥ ਹੋਈ ਆ 5-5 ਲੱਖ ਰੁਪਈਆ ਤੇ ਨੌਕਰੀ ਦੇਣ ਦੀ ਗੱਲ ਕਰ ਦਿੱਤੀ। ਪਰ ਇੱਥੇ ਪੜ੍ਹੇ ਲਿਖੇ ਬੜੇ ਮੁੰਡੇ ਨੌਜਵਾਨ, ਮੈਂ ਉਹੀ ਤੇ ਮੇਰੀ ਗੱਲ ਆ। ਹੋ ਸਕਦਾ ਮੈਨੂੰ ਹੁਣ ਇੱਥੇ ਕਈ ਲੋਕ ਮੈਨੂੰ ਟ੍ਰੋਲ ਕਰਨ ਲੱਗ ਜਾਣ, ਜਦੋਂ ਤੁਸੀਂ ਇਹ ਚਲਾਓਗੇ ਨੂੰ ਲੋਕੀ ਮੈਨੂੰ ਟ੍ਰੋਲ ਕਰਨ ਵੀ ਤੂੰ ਇਹ ਗੱਲ ਕਿੱਦਾਂ ਬਣਦਾ ਹੀ ਨਹੀਂ। ਪਰ ਮੈਨੂੰ ਇੱਕ ਗੱਲ ਦੱਸੋ, ਜਿਹੜੇ ਬੰਦੇ ਬੇਰੋਜ਼ਗਾਰ ਟੀਚਰ ਜਿਹੜੇ ਨੇ ਉਹ ਧਰਨੇ ਲੱਗੇ ਹੋਏ ਨੇ। ਬਿਲਕੁਲ ਜੀ। ਜਿਹੜਾ ਬੇਰੋਜ਼ਗਾਰ ਯੁਵਾ ਆ ਉਹ ਨਸ਼ੇ ਵੱਲ ਜਾਣ ਨੂੰ ਫਿਰਦਾ ਕਿਉਂਕਿ ਉਹਦੇ ਕੋਲ ਜੋਬ ਹੈ ਨਹੀਂ ਜੀ। ਔਰ ਤੁਸੀਂ ਕਹਿੰਦੇ ਸਾਡੇ ਕੋਲ ਨੌਕਰੀਆਂ ਵੀ ਹੈ ਨਹੀਂ ਤੇ ਸਾਡੇ ਕੋਲ ਦੇਣ ਨੂੰ ਤਨਖਾਹਾਂ ਹੈ ਨਹੀਂ। ਪਰ ਇੱਥੇ ਜਿਹੜਾ ਬੰਦਾ ਇੱਕ ਸ਼ਰਾਬ ਪੀ ਕੇ ਮਰਿਆ, ਮੈਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਮੇਰਾ ਪੂਰਾ ਹਮਦਰਦੀ ਆ। ਜੋ ਹੋਇਆ ਮਾੜਾ ਹੋਇਆ, ਉਹਨੂੰ ਨੌਕਰੀ ਤੇ 5 ਲੱਖ ਰੁਪਇਆ ਕਿੱਥੋਂ ਦੇਣਗੇ ਪਹਿਲੀ ਗੱਲ ਤੇ ਜੀ। ਠੀਕ ਹੈ, ਹੁਣ ਜੇ ਤੁਸੀਂ ਉਹਨਾਂ ਕੋਲ ਦੇਣ ਨੂੰ ਹੈਗੇ ਤੇ ਜਿਹੜਾ ਡਿਜ਼ਰਵਿੰਗ ਕੈਂਡੀਡੇਟ ਆ ਤੁਸੀਂ ਉਹਨੂੰ ਕਿਉਂ ਨਹੀਂ ਦਿੰਦੇ? ਉਹਨੂੰ ਕਿਉਂ ਨਹੀਂ ਦੇ ਰਹੇ? ਇਹ ਮੈਂ ਇੱਥੇ ਉਹਦਾ ਪੂਰਾ ਵਿਰੋਧ ਕਰਦਾ ਆ ਕਿ ਉਹਨਾਂ ਦੀ ਨੌਕਰੀ ਨਹੀਂ ਬਣਦੀ। ਮਤਲਬ ਇਹਦਾ ਮਤਲਬ ਪੰਜਾਬ ਦੇ ਵਿੱਚ ਜੇ ਨੌਕਰੀ ਲੈਣੀ ਆ ਤੇ ਭਾਈ ਸਾਹਿਬ ਜਾਂ ਤੇ ਤੁਸੀਂ ਨਸ਼ੇੜੀ ਹੋ ਜਾਓ, ਜਾਂ ਤੁਸੀਂ ਮਰ ਜਾਓ, ਫਾਹਾ ਲੈ ਕੇ ਮਰ ਜਾਓ, ਜਾਂ ਤੁਹਾਡਾ ਕੋਈ ਐਕਸੀਡੈਂਟ ਹੋ, ਪੰਜਾਬ ਸਰਕਾਰ ਦੀ ਗਲਤੀ ਨਾਲ ਤੁਸੀਂ ਮਰ ਜਾਓ ਤੇ ਫਿਰ ਤੁਹਾਨੂੰ ਨੌਕਰੀ ਤੁਹਾਡੀ ਪੱਕੀ ਆ। ਤੁਸੀਂ ਜਿੰਨੇ ਮਰਜ਼ੀ ਕਾਬਲ ਹੋ, ਤੁਹਾਨੂੰ ਇੱਥੇ ਨੌਕਰੀ ਨਾਕਰੀ ਕੋਈ ਨਹੀਂ ਮਿਲਣੀ। ਸੋ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ। ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜਨਤਾ ਦੇ ਹੱਕਾਂ ਦੀ ਆਵਾਜ਼ ਆ ਤੁਸੀਂ ਉਹ ਇਦਾਂ ਹੀ ਚੱਕਦੇ ਰਹੋਗੇ, ਤੇ ਜਿਹੜੀਆਂ ਹੱਕ ਨੇ ਲੋਕਾਂ ਦੇ ਜਿਹੜੇ ਖਾ ਰਹੀਆਂ ਨੇ ਸਾਡੀਆਂ ਸਰਕਾਰਾਂ, ਸਾਡੇ ਲੋਕਾਂ ਦਾ ਹੱਕ ਜਿਹੜਾ ਖਾ ਰਹੀਆਂ, ਉਹ ਤੁਸੀਂ ਸਾਹਮਣੇ ਲਿਆਉਂਦੇ ਰਹੋਗੇ। ਸੋ ਬਹੁਤ ਬਹੁਤ ਸਾਡੇ ਸਟੂਡੀਓ ਚ ਆਉਣ ਦਾ ਥੈਂਕ ਯੂ ਦਰੋਚਨ ਜੀ। ਸੋ ਇੱਥੇ ਤੁਸੀਂ ਦੇਖਿਆ ਕਿ ਕਿਵੇਂ ਇੱਕ ਐਮਐਲਏ ਕਿੰਨੇ ਸਾਨੂੰ ਲੱਖ ਦੇ ਵਿੱਚ ਪੈਂਦਾ ਵਾ। ਉਹ ਪੈਸਾ ਕਿਹਦਾ ਹੁੰਦਾ? ਉਹ ਆਮ ਜਨਤਾ ਦਾ ਹੁੰਦਾ। ਪਰ ਆਮ ਜਨਤਾ ਵਾ ਜਿਹੜੀ, ਉਹ ਅੱਜ ਵੀ ਇੱਕ ਪੈਸੇ ਨੂੰ ਮੁਹਤਾਜ ਆ। ਰੋਟੀ ਜਿਹੜਾ ਉਹਨੂੰ ਖਾਣਾ ਇਸ ਟਾਈਮ ਕਮਾਉਣਾ ਬੜਾ ਹੀ ਮੁਸ਼ਕਲ ਹੋਇਆ ਵਾ। ਉਹਨੂੰ ਸਾਡੀ ਆਮ ਜਨਤਾ ਨੂੰ ਇਸ ਟਾਈਮ ਰੁਜ਼ਗਾਰ ਨਹੀਂ ਮਿਲ ਰਿਹਾ। ਮੁੰਡੇ ਨੌਜਵਾਨ ਨੇ ਜਿਹੜੇ ਉਹ ਬੇਰੁਜ਼ਗਾਰ ਹੋਣ ਕਰਕੇ ਨਸ਼ਿਆਂ ਦੇ ਵੱਲ ਜਾ ਰਹੇ ਨੇ। ਆ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਕਿ 100-125 ਬੰਦਾ ਜਿਹੜੀ ਗਲਤ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਰ ਗਿਆ। ਸਰਕਾਰਾਂ ਕਿਸ ਚੀਜ਼ ਦੇ ਉੱਤੇ ਸਾਡੇ ਨਾਲ ਸਾਨੂੰ ਕਹਿ ਰਹੀਆਂ ਕਿ ਸਾਡਾ ਪੰਜਾਬ ਖੁਸ਼ਹਾਲ ਆ, ਸਾਡਾ ਪੰਜਾਬ, ਅਸੀਂ ਨਸ਼ਿਆਂ ਦਾ ਲੱਕ ਤੋੜ ਦਿੱਤਾ, ਅਸੀਂ ਆਹ ਕਰਤਾ। ਕੀ ਲੱਗਦਾ ਤੁਹਾਨੂੰ ਸਰਕਾਰਾਂ ਕੁਝ ਕਰ ਰਹੀਆਂ ਨੇ? ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਸਾਨੂੰ ਦੱਸਿਓ ਕਿ ਇਹ ਜਨਤਾ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੂਝਵਾਨ ਹੋ ਕੇ ਆਪਦੇ ਹੱਕਾਂ ਦੀ ਜੰਗ ਲੜੇਗੀ ਜਾਂ ਨਹੀਂ ਲੜੇਗੀ, ਜਾਂ ਇਹਨਾਂ ਐਮਐਲਏਆਂ ਨੂੰ ਇੰਨਾ ਖਰਚਾ ਜਾਂ ਇੰਨਾ ਭੱਤਾ ਦੇਣਾ ਜ਼ਰੂਰੀ ਆ। ਜਿਹੜਾ ਮੀਡੀਆ ਵਾ ਉਹ ਨਿਰਪੱਖ ਆ। ਅਸੀਂ ਬੜੇ ਹੀ ਦਲੇਰੀ ਦੇ ਨਾਲ, ਬੜੇ ਹੀ ਨਿਧੜਕ ਹੋ ਕੇ ਇਹ ਗੱਲਾਂ ਜਿਹੜੀਆਂ ਸਾਹਮਣੇ ਲੈ ਕੇ ਆਉਂਦੇ ਆ। ਹੋ ਸਕਦਾ ਕੁਝ ਲੋਕਾਂ ਨੂੰ ਸਾਡੀਆਂ ਇਹ ਗੱਲਾਂ ਚੰਗੀਆਂ ਵੀ ਨਾ ਲੱਗਣ, ਜੋ ਲੋਕ ਐਮਐਲਏਆਂ ਦੇ ਚਹੇਤੇ ਨੇ ਜਾਂ ਖੁਦ ਐਮਐਲਏ ਨੇ, ਉਹ ਸਾਡੀਆਂ ਗੱਲਾਂ ਦਾ ਵਿਰੋਧ ਵੀ ਕਰ ਸਕਦੇ ਨੇ। ਪਰ ਮੀਡੀਆ ਦਾ ਕੰਮ ਹੁੰਦਾ ਲੋਕਾਂ ਦੀ ਆਵਾਜ਼ ਬਣਨਾ, ਉਹ ਕਿਸੇ ਰੂਪ ਦੇ ਵਿੱਚ ਵੀ ਹੋ ਸਕਦਾ। ਸੋ ਅਸੀਂ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਅਜੇ ਸ਼ਰਮਾ ਜੀ ਦਾ, ਜਿਨ੍ਹਾਂ ਨੇ ਇਹ ਸਾਰੀ ਜਾਣਕਾਰੀ ਸਾਡੇ ਸਾਹਮਣੇ ਲਿਆਂਦੀ ਆ।
ਇੱਥੇ ਆਖਰ ਦੇ ਵਿੱਚ ਮੈਂ ਦੱਸ ਦੇਵਾਂ ਕਿ ਇਹ ਜਾਣਕਾਰੀ ਕੋਈ ਸੁਣੀ ਸੁਣਾਈ ਨਹੀਂ, ਕੋਈ ਆਪ ਦੇ ਕੋਲੋਂ ਲਿਆਂਦੀ ਹੋਈ ਨਹੀਂ, ਸਰਕਾਰ ਦੀ ਬਕਾਇਦਾ ਰਿਟਨਲੀ ਦਿੱਤੀ ਹੋਈ ਜਾਣਕਾਰੀ ਆ ਜੋ ਇਹਨਾਂ ਨੇ ਸਾਡੇ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਰੱਖੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਉਹ ਆਮ ਜਨਤਾ ਜਾਂ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਿੰਨਾ ਕੁ ਇਹ ਸਰਕਾਰੀ ਫੈਸਿਲਿਟੀਆਂ ਤੋਂ ਛੋਟ ਦਿੰਦੀ ਆ ਜਾਂ ਕਿੰਨੀ ਕਟੌਤੀ ਕਰਦੀ ਆ ਤੇ ਕਿੰਨਾ ਇਹਨਾਂ ਐਮਐਲਏਆਂ ਤੇ ਆਉਂਦੇ ਖਰਚ ਦਾ ਕਟੌਤੀ ਕਰਦੀ ਆ। ਕੈਮਰਾਮੈਨ ਹੈਰੀ ਦੇ ਨਾਲ ਤਰਲੋਚਨ ਸਿੰਘ ਦੀ ਰਿਪੋਰਟ ਪ੍ਰਾਈਮ ਉਦੇ ਲੁਧਿਆਣਾ।